ਸਾਧ ਸੰਗਤ ਜੀ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਾਵਨ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਾਜ਼ਰੀਆਂ ਭਰ ਕੇ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਭਵ ਸਾਗਰ ਤੋਂ ਤਾਰਨੇ ਵਾਲਾ ਪਾਵਨ ਨਾਮ, ਮੁਖ ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਹਿਤ ਪਿਆਰ ਦੇ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵਹੁ ਦਇਆ ਕਰੇ ਜਿਉ ਪ੍ਰੀਤਮ ਅਤ ਪਿਆਰੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਨਿਸ਼ਾਹਿਆਂ ਦੇ ਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਊਚ ਨੀਚ ਦੇ ਭੇਦਾਂ ਨੂੰ ਮੇਟਣ ਵਾਲੇ, ਭਿਖਾਰੀਆਂ ਨੂੰ ਰਾਜ ਦੇਣ ਵਾਲੇ, ਲੋਕ ਪਰਲੋਕ ਸਵਾਰਨ ਵਾਲੇ, ਜੀਵਾਂ ਦਾ ਭਲਾ ਕਰਨੇ ਵਾਲੇ, ਟੁੱਟਿਆਂ ਨੂੰ ਜੋੜਨ ਵਾਲੇ, ਪਤਤਾਂ ਨੂੰ ਪਾਵਨ ਕਰਨ ਵਾਲੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ, ਜਿਨ੍ਹਾਂ ਦੇ ਨਾਮ ਜਪਣ ਦੇ ਨਾਲ ਹੀ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਗੁਣਾਂ ਦਾ ਕੋਈ ਅੰਤ ਨਹੀਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂੰ ਹੀ ਬਨ ਆਵੈ। ਮਹਾਰਾਜ ਆਪ ਜੀ ਦੀ ਉਪਮਾ ਆਪ ਜੀ ਨੂੰ ਬਣ ਆਉਂਦੀ ਏ। ਆਪ ਜੀ ਵਰਗਾ ਕੋਈ ਹੋਰ ਹੈ ਹੀ ਨਹੀਂ, ਜਿਸ ਦੇ ਸਦਰਸ਼ ਆਪ ਜੀ ਨੂੰ ਉਪਮਾ ਦੇਣਾ ਕਰੀਏ ਕਿ ਆਪ ਜੀ ਫਲਾਣੇ ਵਰਗੇ ਹੋ। ਆਪ ਜੀ ਵਰਗੇ ਕੇਵਲ ਤਾਂ ਕੇਵਲ ਆਪ ਹੋ। ਐਸੇ ਦਇਆ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਵ ਆਤਮਾ ਦੇ ਪਰਮਾਤਮਾ ਦੇ ਨਾਲ ਮਿਲਾਪ ਦੇ ਹਿੱਤ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਨਾਨਕ ਸੱਚ ਮਿਲੀ ਸੁਹਾਗਣ, ਗੁਰ ਕਾ ਹੇਤ ਅਪਾਰੇ। ਇਥੋਂ ਤੱਕ ਗੁਰ ਸ਼ਬਦ ਦੀ ਵਿਚਾਰ ਕੱਲ ਦੇ ਦੀਵਾਨ ਦੇ ਅੰਦਰ ਸਰਵਣ ਕਰਨਾ ਕੀਤੀ ਸੀ ਕਿ ਜਿਨ੍ਹਾਂ ਨੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਅਪਾਰ ਹਿੱਤ ਕਰਨਾ ਕੀਤਾ ਹੈ, ਅਪਾਰ ਪਿਆਰ ਕਰਨਾ ਕੀਤਾ ਹੈ, ਪ੍ਰੇਮ ਕਰਨਾ ਕੀਤਾ ਹੈ, ਪ੍ਰੀਤ ਚਰਨਾਂ ਦੇ ਨਾਲ ਲਗਾਵਣਾ ਕੀਤੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਸੱਚ ਮਿਲੀ ਸੁਹਾਗਣ। ਉਹ ਸੱਚ ਸਰੂਪ ਪਰਮਾਤਮਾ ਜੀ ਦੀਆਂ ਸੁਹਾਗਣਾ ਹੋਈਆਂ ਨੇ, ਸੁਹਾਗਵਤੀ ਹੋਈਆਂ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਹਿੱਤ ਕਰਨਾ ਕੀਤਾ। ਅਪਾਰੇ ਪਾਰਾਵਾਰ ਤੋਂ ਰਹਿਤ ਪਤੀ ਨੂੰ ਵਰ ਸਰੂਪ ਦੇ ਅੰਦਰ ਪਰਮਾਤਮਾ ਜੀ ਨੂੰ ਪ੍ਰਾਪਤ ਕਰਕੇ ਉਹ ਸੁਹਾਗਣਾ ਹੋਈਆਂ ਨੇ, ਵਾਹਿਗੁਰੂ ਜੀ ਦੀਆਂ ਜਗਿਆਸੂ ਰੂਪ ਇਸਤਰੀਆਂ। ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਇਸ ਤੋਂ ਅੱਗੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸਾਹਿਬ ਫਰਮਾ ਰਹੇ ਹਨ, ਆਵਹੁ ਦਇਆ ਕਰੇ ਜਿਉ ਪ੍ਰੀਤਮ ਅਤ ਪਿਆਰੇ। ਜਗਿਆਸੂ ਜੀਵ ਇਸਤਰੀ ਵੱਲੋਂ ਬੇਨਤੀ ਹੈ, ਹੇ ਅਤਿਅੰਤ ਪਿਆਰੇ ਪ੍ਰੀਤਮ ਜੀਓ, ਦਇਆ ਕਰਕੇ ਕਿਰਪਾਲਤਾ ਕਰਕੇ ਮੇਰੇ ਹਿਰਦੇ ਦੇ ਵਿੱਚ ਆ ਕਰਕੇ ਵਸਣਾ ਕਰੋ ਜੀ। ਕਰ ਕਿਰਪਾ ਵਸਹੁ ਮੇਰੇ ਹਿਰਦੈ, ਹੋ ਸਹਾਈ ਆਪ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੀ ਇੰਨੀ ਪਹੁੰਚ ਨਹੀਂ, ਇੰਨੀ ਕਮਾਈ ਨਹੀਂ, ਆਪ ਜੀ ਤੱਕ ਪਹੁੰਚ ਜਾਈਏ, ਆਪ ਜੀ ਨੂੰ ਪ੍ਰਾਪਤ ਕਰ ਲਈਏ। ਆਪ ਜੀ ਕਿਰਪਾਲਤਾ ਕਰਕੇ ਮੇਰੀ ਨਿਮਾਣੀ ਦੀ ਸਹਾਇਤਾ ਕਰੋ, ਮੇਰੀ ਬਿਰਤੀ ਰੂਪੀ ਬਾਹ ਨੂੰ ਫੜ ਲਵੋ। ਮਹਾਰਾਜ ਭਾਵ ਸਾਗਰ ਸੰਸਾਰ ਦੇ ਵਿੱਚ ਡੁੱਬਦੇ ਜਾਂਦੇ ਆ, ਕਿਰਪਾ ਕਰਕੇ ਸਾਡੀ ਬਿਰਤੀ ਰੂਪੀ ਬਾਹ ਨੂੰ ਫੜ ਕਰਕੇ ਡੁੱਬਦੇ ਹੋਇਆਂ ਨੂੰ ਸੰਸਾਰ ਸਾਗਰ ਚੋਂ ਕੱਢ ਲੈਣਾ ਕਰੋ, ਕਿਰਪਾ ਰੂਪੀ ਹੱਥ ਦੇ ਨਾਲ। ਸੰਸਾਰ ਸਾਗਰ ਤੇ ਕੱਢਦੇ ਹਾਥੀ ਮਹਾਰਾਜ ਆਪ ਹੀ ਜਿਸ ਵੇਲੇ ਸਹਾਇਤਾ ਕਰਨਾ ਕਰੋਗੇ ਤਾਂ ਆਪ ਜੀ ਦੇ ਨਾਲ ਮਿਲਾਪ ਹੋ ਸਕਦਾ ਹੈ। ਸਾਡੇ ਯਤਨਾਂ ਦੇ ਨਾਲ ਅਸੀਂ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ ਹਾਂ। ਆਵਹੁ ਮਹਾਰਾਜ ਕਿਰਪਾਲਤਾ ਕਰਕੇ ਸਾਡੇ ਹਿਰਦੇ ਘਰ ਦੇ ਵਿੱਚ ਆਵਣਾ ਕਰੋ, ਦਇਆ ਕਰਕੇ ਆਵਣਾ ਕਰੋ। ਦਇਆ ਕਰੇ, ਹੇ ਪਤੀ ਪ੍ਰਮਾਤਮਾ ਜੀਓ, ਪ੍ਰੀਤਮ ਪ੍ਰਿਯਤਮ ਜੀਓ, ਕੰਤ ਜੀਓ, ਸਾਹਿਬ ਜੀ, ਮਾਲਕ ਜੀ, ਪਿਆਰਿਆਂ ਤੋਂ ਪਿਆਰੇ, ਸਭ ਤੋਂ ਪਿਆਰੇ ਜੀਓ, ਕਿਰਪਾਲਤਾ ਕਰਕੇ ਆਪ ਆ ਕਰਕੇ ਸਾਡੇ ਹਿਰਦੇ ਦੇ ਅੰਦਰ ਵਸਣਾ ਕਰੋ। ਪ੍ਰੀਤਮ ਅਤ ਪਿਆਰੇ, हे ਪ੍ਰੀਤਮ ਜੀਓ, ਆਪ ਜੀ ਅਤਿਅੰਤ ਪਿਆਰੇ ਹੋ, ਪਿਆਰੇ ਤੋਂ ਪਿਆਰੇ ਹੋ, ਆਪ ਜੀ ਤੋਂ ਪਿਆਰਾ ਕੋਈ ਹੋਰ ਨਹੀਂ ਹੋ ਸਕਦਾ। ਐਸੇ ਪਿਆਰੇ ਪ੍ਰਮਾਤਮਾ ਜੀ ਹਿਰਦੇ ਦੇ ਵਿੱਚ ਆ ਕਰਕੇ ਸਾਖਿਆਤਕਾਰ ਹੋਣਾ ਕਰੋ ਜੀ। ਕਾਮਣ ਬਿਨੋ ਕਰੇ ਜਿਉ,
ਸਚ ਸ਼ਬਦ ਸਿੰਗਾਰੇ। हे ਗਰੀਬ ਨਿਵਾਜ ਹਰੀ ਅਕਾਲ ਪੁਰਖ ਜੀਓ, ਕਾਮਣ ਜੋ ਜਗਿਆਸੂ ਰੂਪ ਇਸਤਰੀ ਹੈ ਬੇਨਤੀ ਕਰ ਰਹੀ ਹੈ, ਕਾਮਣ ਬਿਨਾਉ ਕਰੇ ਜੀਓ। ਮੇਰੀ ਕਾਮਣੀ ਦੀ, ਮੇਰੀ ਜਗਿਆਸੂ ਰੂਪ ਇਸਤਰੀ ਜੀ ਦੀ ਆਪ ਜੀ ਦੇ ਮੁਬਾਰਕ ਚਰਨ ਕਮਲਾਂ ਵਿਖੇ ਬੇਨਤੀ ਹੈ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਮਹਾਰਾਜ ਕਿਰਪਾਲਤਾ ਕਰਕੇ, ਕੰਨ ਦੇ ਕਰਕੇ, ਧਿਆਨ ਦੇ ਕਰਕੇ ਮੇਰੀ ਗਰੀਬਣੀ ਦੀ ਪੁਕਾਰ ਵੀ ਸੁਣ ਲੈਣਾ ਕਰੋ ਜੀਓ। ਸੱਚ ਸ਼ਬਦ ਸਿਗਾਰੇ। ਸਤਿਗੁਰੂ ਜੀ ਦੇ ਸੱਚ ਸਰੂਪ ਸ਼ਬਦ ਦਾ ਹੀ ਅਸਾਂ ਨੇ ਸ਼ਿੰਗਾਰ ਬਣਾ ਕੀਤਾ ਹੈ, ਕਿਉਂਕਿ ਸਭ ਤੋਂ ਵੱਡਾ ਸ਼ਿੰਗਾਰ ਗੁਰ ਸ਼ਬਦ ਦਾ ਹੈ। ਭਰਤਾ ਕਹੈ ਸੋ ਮਾਨੀਐ, ਇਹੋ ਸਿਗਾਰ ਬਣਾਏ ਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਨੇ ਭਾਈ। ਭਰਤਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਉਹ ਕੰਤ ਜੀ, ਉਹ ਸੁਆਮੀ ਜੀ, ਮਾਲਕ ਜੀ ਵਾਹਿਗੁਰੂ ਜੀ, ਜੋ ਵੀ ਪਾਵਨ ਗੁਰਬਾਣੀ ਦੁਆਰਾ ਅੰਮ੍ਰਿਤ ਬਚਨਾਂ ਨੂੰ ਫਰਮਾਵਣਾ ਕਰਦੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਲੈਣਾ ਕਰੀਏ। ਭਰਤਾ ਕਹੈ ਸੋ ਮਾਨੀਐ। ਜੋ ਵੀ ਸਾਹਿਬ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਉਹਨਾਂ ਬਚਨਾਂ ਨੂੰ ਸਤ ਕਰਕੇ ਮੰਨ ਲੈਣਾ ਕਰੀਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਦੀ ਬਾਣੀ ਸਤ ਸਰੂਪ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਹ ਸੱਚ ਦੀ ਬਾਣੀ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹੀ ਬਾਣੀ ਹੈ। ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਜਿਸ ਨੇ ਸਾਰੀਆਂ ਚਿੰਤਾਵਾਂ ਜੀਵਾਂ ਦੀਆਂ ਮੇਟ ਦੇਣਾ ਕੀਤੀਆਂ। ਇਹ ਅੰਮ੍ਰਿਤ ਬਾਣੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਇਹ ਬਾਣੀਆਂ ਸਿਰ ਬਾਣੀ ਹੈ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਸਿਰ ਬਾਣੀ ਹੈ। ਸੱਚ ਕੀ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਧੁਰ ਕੀ ਬਾਣੀ ਹੈ। ਐਸੀ ਦਰਗਾਹੀ ਬਾਣੀ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਵੀ ਉਪਦੇਸ਼ ਵਖਿਆਨ ਕਰਨਾ ਕਰਦੇ ਨੇ, ਜੋ ਵੀ ਸਤ ਬਚਨਾਂ ਨੂੰ ਕਥਨ ਕਰਨਾ ਕਰਦੇ ਨੇ, ਭਰਤਾ ਕਹੈ, ਭਰਤਾ ਸਤਿਗੁਰੂ ਜੀ ਜੋ ਵੀ ਬਚਨ ਕਰਨਾ ਕਰਦੇ ਨੇ, ਸੋ ਮਾਨੀਐ, ਸੱਚ ਕਰਕੇ ਮੰਨ ਲੈਣਾ ਕਰੀਏ। ਇਹੋ ਸਿਗਾਰ ਬਣਾਏ ਰੀ। ਹੇ ਕਾਮਣ, ਹੇ ਜਗਿਆਸੂ ਰੂਪ ਇਸਤਰੀ, ਜੇ ਤੈਨੂੰ ਪਤੀ ਪ੍ਰਮਾਤਮਾ ਜੀ ਦੇ ਨਾਲ ਮਿਲਣੇ ਦੀ ਇੱਛਾ ਹੈ ਨਾ, ਚਾਹਤ ਹੈ, ਸਿੱਖ ਹੈ ਤੇਰੇ ਹਿਰਦੇ ਦੇ ਅੰਦਰ, ਲਾਲਸਾ ਹੈ, ਤੜਫ ਹੈ, ਚਾਹੁੰਦੀ ਹੈ ਵਾਹਿਗੁਰੂ ਜੀ ਨੂੰ ਮਿਲਣਾ, ਤੇ ਜੋ ਗੁਰ ਪਰਮੇਸ਼ਰ ਜੀ ਬਚਨ ਕਰਨਾ ਕਰਦੇ ਨੇ, ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨ ਲੈਣਾ ਕਰ। ਇਹੀ ਉਹ ਵੱਡਾ ਸ਼ਿੰਗਾਰ ਹੈ। ਇਸ ਤੋਂ ਵੱਡਾ ਕੋਈ ਹੋਰ ਸ਼ਿੰਗਾਰ ਨਹੀਂ ਹੋ ਸਕਦਾ। ਹਜ਼ੂਰ ਫਰਮਾਵਣਾ ਕਰਦੇ ਨੇ, ਜਗਿਆਸੂ ਰੂਪ ਕਾਮਣ ਜੋ ਇਸਤਰੀ ਹੈ, ਬੇਨਤੀ ਕਰਨਾ ਕਰਦੀ ਇਹ ਗਰੀਬ ਨਿਵਾਜ ਸੱਚੇ ਸਾਹਿਬ ਜੀ, ਆਪ ਜੀ ਦੇ ਪਾਵਨ ਬਚਨਾਂ ਨੂੰ ਹੀ ਅਸਾਂ ਨੇ, ਗੁਰ ਸ਼ਬਦ ਨੂੰ ਹੀ, ਉਪਦੇਸ਼ ਨੂੰ ਹੀ ਅਸਾਂ ਨੇ ਸ਼ਿੰਗਾਰ ਬਣਾ ਕੀਤਾ ਹੈ। ਮਹਾਰਾਜ ਇਹੀ ਉਹ ਸ਼ਿੰਗਾਰ ਆਪ ਜੀ ਨੂੰ ਭਾਉਂਦਾ ਹੈ। ਅਸੀਂ ਵੀ ਕਿਧਰੇ ਆਪ ਜੀ ਦੇ ਮਨ ਨੂੰ ਗਰੀਬੜੇ ਭਾ ਜਾਈਏ। ਸਾਡੇ ਤੇ ਵੀ ਆਪ ਜੀ ਦਇਆ ਕਰੋ, ਸਾਡੇ ਤੇ ਵੀ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਆ ਵਸੋ, ਸਾਨੂੰ ਪ੍ਰਾਪਤ ਹੋਵੋ। ਕਾਮਣ ਬਿਨੋ ਕਰੇ ਜੀਓ, ਸੱਚ ਸ਼ਬਦ ਸਿਗਾਰੇ। ਸੱਚੇ ਸਾਹਿਬ ਜੀ ਆਪ ਜੀ ਦੇ ਸੱਚੇ ਗੁਰ ਉਪਦੇਸ਼ ਦਾ ਹੀ, ਗੁਰ ਸ਼ਬਦ ਦਾ ਹੀ ਅਸਾਂ ਨੇ ਸ਼ਿੰਗਾਰ ਬਣਾਵਣਾ ਕੀਤਾ ਹੈ ਜੀ। ਸੱਚ ਸ਼ਬਦ ਸਿੰਗਾਰੇ ਹਉਮੈ ਮਾਰੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੱਚੇ ਸ਼ਬਦ ਦਾ ਸ਼ਿੰਗਾਰ ਕੀਤਾ ਹੈ। ਆਪ ਜੀ ਦਾ ਜੋ ਸ਼ਬਦ ਹੈ ਹਿਰਦੇ ਦੇ ਅੰਦਰੋਂ ਹਉਮੈ ਨੂੰ ਮਾਰਨ ਵਾਲਾ ਹੈ। ਅਥਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਥਨ ਕਰਨਾ ਕਰਦੇ ਨੇ, ਸਿੱਖੋ, ਜਿਸ ਨੂੰ ਵੀ ਹਰੀ ਪ੍ਰਮਾਤਮਾ ਜੀ ਦੇ ਨਾਲ ਮਿਲਣ ਦੀ ਤਾਂਘ ਹੈ ਨਾ, ਸੱਚੇ ਗੁਰ ਉਪਦੇਸ਼ ਦਾ ਸ਼ਿੰਗਾਰ ਅੰਤਰ ਆਤਮੇ ਕਰਨਾ ਕਰੇ, ਤੇ ਗੁਰ ਉਪਦੇਸ਼ ਦੇ ਨਾਲ ਬੰਦਗੀ ਕਰਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ, ਗੁਰ ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ, ਪਿਆਰ ਦੇ ਨਾਲ ਜਪਦਿਆਂ ਹੋਇਆਂ, ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਦੇ ਨਾਲ ਜਪਦਿਆਂ ਹੋਇਆਂ ਹਉਮੈ ਮਾਰੇ। ਆਪਣੇ ਹਿਰਦੇ ਦੇ ਵਿੱਚੋਂ ਹਉਮੈ ਭਾਵ ਨੂੰ ਮਾਰ ਲਵੇ, ਅਭਾਵ ਕਰ ਲਵੇ, ਮੇਟ ਲਵੇ। ਗੁਰਮੁਖ ਕਾਰਜ ਸਵਾਰੇ। ਤੇ ਜਦੋਂ ਇਸ ਪ੍ਰਕਾਰ ਗੁਰਸਿੱਖ ਆਗਿਆਕਾਰੀ ਹੋ ਜਾਂਦਾ ਨਾ, ਤੇ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਗੁਰਸਿੱਖ ਦਾ ਜੀਵ ਦਾ ਜਨਮ ਸਫਲਾ ਕਰਨ ਰੂਪੀ ਕਾਰਜ ਸਵਾਰ ਦਿੰਦੇ ਨੇ, ਜਨਮ ਹੀ ਸਫਲਾ ਕਰ ਦਿੰਦੇ ਨੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਓੜਕ ਤੱਕ ਅੰਤ ਤੱਕ ਪ੍ਰੀਤ ਨਿਭਾ ਦਿੰਦੇ ਨੇ। ਇਸੇ ਪ੍ਰਕਾਰ ਗੁਰਮੁਖ ਕਾਰਜ ਸਵਾਰੇ, ਜਿਨ੍ਹਾਂ ਨੇ ਮਨਮੁਖਤਾਈ ਨੂੰ ਛੱਡ ਕਰਕੇ
ਗੁਰਮੁਖਤਾਈ ਨੂੰ ਧਾਰਨ ਕੀਤਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤਿੰਨਾਂ ਦੇ ਲੋਕ ਦੇ ਕਾਰਜ ਵੀ ਸਵਾਰ ਦਿੱਤੇ, ਪਰਲੋਕ ਦੇ ਕਾਰਜ ਭਾਵ ਲੋਕ ਪਰਲੋਕ ਸਵਾਰ ਦੇਣਾ ਕੀਤਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਐਸੀਆਂ ਬਖਸ਼ਿਸ਼ਾਂ ਕਰ ਦੇਣਾ ਕੀਤੀਆਂ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਏ, ਗੁਰਮੁਖ ਕਾਰਜ ਸਵਾਰੇ, ਮੁਖੀ ਗੁਰੂ, ਪੂਰੇ ਸਤਿਗੁਰੂ, ਪ੍ਰਧਾਨ ਸਤਿਗੁਰੂ, ਸਭ ਤੋਂ ਵੱਡੇ ਸਤਿਗੁਰੂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੇ ਸਤਿਗੁਰੂ ਜੀ ਸਾਰਿਆਂ ਤੋਂ ਵੱਡੇ ਨੇ, ਨਾਨਕ ਗੁਰੂ ਗੋਬਿੰਦ ਸਿੰਘ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਸਾਰਿਆਂ ਤੋਂ ਵੱਡੇ ਕਿਰਪਾਲਤਾ ਕਰਕੇ ਕਾਰਜ ਸਵਾਰ ਦਿੰਦੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਸਾਰ ਦੇ ਜੀਵਾਂ ਦਾ, ਜਗਤ ਜਲੰਦੇ ਦਾ ਉਧਾਰ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਮੁਨਾਫਿਕ ਦੇਸ਼ ਦੇ ਵਿੱਚ ਪਹੁੰਚੇ ਨੇ। ਉਥੇ ਦੇ ਲੋਕ ਐਸੇ ਨੇ ਜਿਨ੍ਹਾਂ ਨੂੰ ਪਰਮਾਤਮਾ ਜੀ ਦਾ, ਵਾਹਿਗੁਰੂ ਜੀ ਦਾ, ਨਿਰੰਕਾਰ ਜੀ ਦਾ ਕੋਈ ਗਿਆਨ ਨਹੀਂ, ਪਤਾ ਹੀ ਨਹੀਂ ਪਰਮਾਤਮਾ ਹੁੰਦਾ ਕੌਣ ਹੈ। ਜਿਹੜਾ ਮੁਨਾਫਿਕ ਦੇਸ਼ ਦਾ ਰਾਜਾ ਹੈ ਨਾ, ਸਾਰੀ ਪ੍ਰਜਾ ਉਸ ਰਾਜੇ ਨੂੰ ਹੀ ਆਪਣਾ ਗੁਰੂ ਕਰਕੇ ਮੰਨਦੀ ਏ, ਉਸੇ ਨੂੰ ਪੂਜਦੀ ਏ। ਤੇ ਸਾਰੇ ਜਿਹੜੇ ਦੇਸ਼ ਦੇ ਵਾਸੀ ਨੇ ਉਹਨਾਂ ਦਾ ਮੁੱਖ ਕਿੱਤਾ ਹੈ ਖੇਤੀ। ਤੇ ਸਾਧ ਸੰਗਤ ਜੀ ਜਦੋਂ ਵਰਖਾ ਦੀ ਲੋੜ ਹੁੰਦੀ, ਬਰਸਾਤ ਦੀ ਲੋੜ ਹੁੰਦੀ, ਸਾਰੇ ਜ਼ਿਮੀਂਦਾਰ ਇਤਿਆਦਿਕ ਇਕੱਠੇ ਹੋ ਕਰਕੇ ਰਾਜੇ ਦੇ ਕੋਲ ਜਾਂਦੇ, ਉਸ ਨੂੰ ਮੱਥੇ ਟੇਕਦੇ। ਰਾਜਾ ਫਿਰ ਸਵਰਗ ਦੇ ਰਾਜੇ ਇੰਦਰ ਦੇ ਮੰਤਰ ਪੜ੍ਹਦਾ ਤੇ ਮੰਤਰਾਂ ਦੇ ਬਲ ਕਰਕੇ ਵਰਖਾ ਹੋ ਜਾਂਦੀ। ਤੇ ਸਾਰਿਆਂ ਨੇ ਮੰਨ ਲਿਆ ਮੀਂਹ ਪਾਉਣ ਵਾਲਾ ਇਹ ਹੈ, ਸਾਨੂੰ ਪਾਣੀ ਦੇਣ ਵਾਲਾ ਇਹ ਹੈ। ਜੇ ਪਾਣੀ ਨਾ ਮਿਲੇ ਪਿਆਸੇ ਮਰ ਜਾਵਾਂਗੇ, ਪਾਣੀ ਨਾ ਮਿਲੇ ਫਸਲਾਂ ਹੋਣੀਆਂ ਨਹੀਂ, ਰਿਜ਼ਕ ਹੋਣਾ ਨਹੀਂ, ਅੰਨ ਹੋਣਾ ਨਹੀਂ, ਭੁੱਖੇ ਮਰ ਜਾਵਾਂਗੇ। ਪਾਣੀ ਇਹ ਦਿੰਦਾ, ਵਰਖਾ ਇਹ ਕਰਾਉਂਦਾ ਹੈ, ਇਸ ਕਰਕੇ ਸਾਡਾ ਤੇ ਅੰਨ ਜਲ ਦਾਤਾ ਹੀ ਇਹ ਹੈ, ਸਾਡਾ ਤੇ ਰੱਬ ਹੀ ਇਹ ਹੈ। ਰਾਜੇ ਨੂੰ ਸਾਰੇ ਆ ਕਰਕੇ ਪੂਜਦੇ ਨੇ, ਆਪਣਾ ਗੁਰੂ ਮੰਨਦੇ ਨੇ। ਤੇ ਰਾਜਾ ਵੀ ਰੱਬ ਬਣਿਆ ਬੈਠਾ ਹੈ, ਆਪਣੀ ਪੂਜਾ ਕਰਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹਨਾਂ ਸਾਰਿਆਂ ਦਾ ਸਮੇਤ ਰਾਜੇ ਦੇ ਭਲਾ ਕਰਨਾ ਚਾਹਿਆ ਹੈ। ਇਹ ਸਾਰੇ ਉਲਝ ਕਰਕੇ ਰਾਜੇ ਦੀ ਪੂਜਾ ਵਿੱਚ ਖੁਆਰ ਹੋ ਰਹੇ ਨੇ, ਵਾਹਿਗੁਰੂ ਜੀ ਦੇ, ਨਿਰੰਕਾਰ ਜੀ ਦੇ ਚਰਨਾਂ ਨਾਲੋਂ ਟੁੱਟੇ ਹੋਏ ਨੇ। ਸਭਨਾਂ ਦੀ ਟੁੱਟੀ ਗੰਢ ਦਈਏ, ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਦਈਏ, ਨਾਮ ਦੀ ਦਾਤ ਦੇ ਕਰਕੇ ਸਭਨਾਂ ਦਾ ਭਲਾ ਕਰ ਦਈਏ। ਸਾਹਿਬ ਜੀ ਭਾਈ ਬਾਲਾ ਜੀ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਮੁਨਾਫਿਕ ਦੇਸ਼ ਦੇ ਵਿੱਚ ਪੁੱਜੇ ਨੇ। ਤੇ ਬਾਹਰ ਜਾ ਕਰਕੇ ਖੇਤਾਂ ਦੇ ਵਿੱਚ ਇੱਕ ਜ਼ਿਮੀਂਦਾਰ ਦੇ ਖੇਤ ਦੇ ਕਿਨਾਰੇ ਤੇ ਬੈਠ ਗਏ ਨੇ। ਇਧਰ ਔੜ ਬਹੁਤ ਜ਼ਿਆਦਾ ਲੱਗੀ ਹੋਈ ਏ, ਵਰਖਾ ਹੋ ਨਹੀਂ ਰਹੀ, ਮੀਂਹ ਪੈ ਨਹੀਂ ਰਿਹਾ। ਖੇਤੀਆਂ ਜਿਹੜੀਆਂ ਨੇ ਕੁਮਲਾ ਰਹੀਆਂ ਨੇ, ਮੁਰਝਾ ਰਹੀਆਂ ਨੇ, ਖਤਰਾ ਪੈ ਗਿਆ ਖੇਤੀਆਂ ਤੇ ਸੁੱਕ ਜਾਣਗੀਆਂ। ਤੇ ਜੇ ਇਸ ਵਾਰ ਆਨੀ ਨਾ ਹੋਇਆ, ਅਨਾਜ ਹੀ ਨਾ ਹੋਇਆ ਤੇ ਖਾਵਾਂਗੇ ਕੀ, ਭੁੱਖੇ ਮਰ ਜਾਵਾਂਗੇ ਸਾਰੇ। ਇਵੇਂ ਸਾਰਿਆਂ ਨੇ ਵਿਚਾਰ ਕਰਕੇ ਇਕੱਤਰਤਾ ਕੀਤੀ ਏ, ਇਕੱਠੇ ਹੋ ਕਰਕੇ ਰਾਜੇ ਦੇ ਕੋਲ ਗਏ ਨੇ। ਜਾ ਕਰਕੇ ਰਾਜੇ ਨੂੰ ਮੱਥੇ ਟੇਕੇ ਨੇ, ਰਾਜਨ ਕਿਰਪਾ ਕਰੋ ਸਾਡੇ ਰੱਬ ਜੀ, ਸਾਡੇ ਭਗਵਾਨ ਜੀ, ਸਾਨੂੰ ਵਰਖਾ ਦਿਓ, ਸਾਨੂੰ ਜਲ ਦਿਓ। ਖੇਤੀਆਂ ਸੁੱਕ ਰਹੀਆਂ ਨੇ, ਅਸੀਂ ਵੀ ਭੁੱਖੇ ਮਰ ਜਾਵਾਂਗੇ, ਬੱਚੇ ਵੀ ਭੁੱਖੇ ਮਰਨਗੇ, ਖਾਵਾਂਗੇ ਕੀ, ਕਿਰਪਾ ਕਰਕੇ ਜਲ ਦੀ ਦਾਤ ਦਿਓ। ਰਾਜਾ ਕਹਿਣ ਲੱਗਾ ਜੀ ਕੋਈ ਗੱਲ ਨਹੀਂ, ਤੁਸੀਂ ਜਾਓ, ਮੈਂ ਮੀਂਹ ਪਾ ਦਿਆਂਗਾ। ਬੜੀਆਂ ਪੁਕਾਰਾਂ ਕੀਤੀਆਂ, ਬੜੇ ਰਾਜੇ ਇੰਦਰ ਦੇ ਮੰਤਰ ਪੜ੍ਹੇ, ਪਰ ਮੀਂਹ ਨਹੀਂ ਪਿਆ। 2 ਦਿਨ ਹੋਰ ਲੰਘ ਗਏ, ਫਿਰ ਇਕੱਠੇ ਹੋ ਕੇ ਸਾਰੇ ਰਾਜੇ ਕੋਲ ਗਏ। ਰਾਜਾ ਕਹਿਣ ਲੱਗਾ ਚਿੰਤਾ ਨਾ ਕਰੋ, ਮੈਂ ਯਤਨ ਕਰਦਾ ਹਾਂ, ਮੈਂ ਮੀਂਹ ਪਾ ਦਿਆਂਗਾ। 2 ਦਿਨ ਹੋਰ ਲੰਘ ਗਏ, ਮੀਂਹ ਫਿਰ ਨਹੀਂ ਪਿਆ। ਫਿਰ ਇਕੱਠੇ ਹੋ ਕੇ ਰਾਜੇ ਦੇ ਕੋਲ ਗਏ, ਮੀਂਹ ਫਿਰ ਨਹੀਂ ਪਿਆ। ਇਸ ਪ੍ਰਕਾਰ ਸਾਧ ਸੰਗਤ ਜੀ ਕਿੰਨੇ ਦਿਨ ਲੰਘ ਗਏ। ਇਧਰ ਫਸਲਾਂ ਸੁੱਕਦੀਆਂ ਜਾਂਦੀਆਂ ਨੇ, ਹਰਿਆਵਲਤਾ ਘਟਦੀ ਜਾਂਦੀ ਏ, ਸੋਕਾ ਪੈਂਦਾ ਜਾਂਦਾ, ਖੇਤੀਆਂ ਮੁਰਝਾਉਂਦੀਆਂ ਨੇ। ਜਿਵੇਂ ਜਿਵੇਂ ਖੇਤੀਆਂ ਮੁਰਝਾਉਂਦੀਆਂ ਜਾਂਦੀਆਂ ਨੇ, ਤਿਵੇਂ ਤਿਵੇਂ ਸਭਨਾਂ ਦੇ ਮਨ ਮੁਰਝਾਉਂਦੇ ਜਾਂਦੇ ਨੇ। ਹੁਣ ਕੀ ਖਾਵਾਂਗੇ, ਹੁਣ ਕੀ ਕਰਾਂਗੇ। ਨਾ ਕੋਈ ਉੱਥੇ ਖੂਹ ਹੈ, ਨਾ ਕੋਈ ਉੱਥੇ ਨਹਿਰ ਹੈ, ਨਾ ਕੋਈ ਨਦੀ ਵਗਦੀ ਜਿੱਥੋਂ ਪਾਣੀ ਦੇ ਨਾਲ ਖੇਤੀਆਂ ਦੀ ਸਿੰਜਾਈ ਕੀਤੀ ਜਾ ਸਕੇ। ਪਾਣੀ ਦੀ ਪ੍ਰਾਪਤੀ ਨਹੀਂ। ਖੇਤੀਆਂ ਜਿਵੇਂ ਜਿਵੇਂ ਮੁਰਝਾਉਂਦੀਆਂ ਨੇ, ਸਭਨਾਂ ਦੇ ਮਨ ਕੁਮਲਾਉਂਦੇ ਜਾਂਦੇ ਨੇ। ਮਨ ਦੀ ਚਿੰਤਾ ਚਿਹਰਿਆਂ ਤੇ ਪ੍ਰਤੱਖ ਦੇਖੀ ਜਾ ਸਕਦੀ ਏ। ਮੁਰਦੇ ਹਾਣੀ ਚਿਹਰਿਆਂ ਤੇ ਛਾਈ ਹੋਈ ਏ, ਅੱਖਾਂ ਵਿੱਚ ਨਿਰਾਸ਼ਾ ਏ। ਇੱਕ ਖੇਤ ਵੇਖਣ ਵਾਸਤੇ ਖੇਤ ਦਾ ਮਾਲਕ ਵਿਚਾਰਾ ਜਿਹਾ ਹੋ ਕਰਕੇ, ਬੜਾ ਨਿਮਾਣਾ ਜਿਹਾ ਹੋ ਕਰਕੇ, ਠੱਠੇ ਜੇ ਮਨ ਦੇ ਨਾਲ ਖੇਤ ਨੂੰ ਵੇਖਣ ਵਾਸਤੇ ਆਇਆ ਹੈ। ਤੇ ਆ ਕਰਕੇ ਕੀ ਤੱਕਦਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਸਮੇਤ ਖੇਤ ਦੇ ਪਾਸ ਬੈਠੇ ਨੇ। ਜਾਣਦਾ ਤੇ ਨਹੀਂ ਮਹਾਰਾਜ ਜੀ ਨੂੰ ਕੌਣ ਹੈ,
पर सतगुरु जी दे चेहरे दा तेज प्रताप, चेहरे दा नूर, जिस वेले सतगुरु सच्चे पातशाह जी दा पावन दीदार कीता ते समझ आ गई ये कोई पूरे महात्मा ने, कोई पूरे संत ने। आ करके गरीब निवाज सतगुरां दे चरनां दे उपर मस्तक टेकिया है, मत्था टेकिया है। ते महाराज सच्चे पातशाह जी ने सुभाविक जही उस दे दिल दी गल कह देना कीती, भाई की गल है, बड़ा उदास है, तेरे मन दे अंदर बड़ी निराशता लगदी है, तेरा चेहरा बड़ा मुरझाया लगदा है, तेरियां अखां दे विच उदासी साफ पई झलकदी है, की कारण है, इतना चिंता तुर क्यों है? कहन लगा महाराज जी चिंता तुर ते होना ही है, हुण तां जान दे लाले पै गए, भुखे मरांगे, बड़ी कष्टदायक मौत आवेगी। घरे लहराउंदे ने ना, जा करके खेतां दे बूटे पुट थले जड़ां वेख तैनूं कुदरत दिसेगी। बड़ा हैरान होया, किसे फसल दीयां जड़ां विच भी कुदरत हो सकदी है। काली दे नाल खेतां दे विच पुज्जा, जिस वेले जड़ां नूं मुੱਢਾਂ नूं फरोलना कीता, की देखना कीता, मिट्टी थल्लों खेतां चों पुੱਟੀ है ते जेड़े बूटे हरे भरे ने उन्हां दीयां जड़ां दे थल्ले अंगियार लाल पए भखदे ने, जिन्हां दी तपश इन्नी जिहड़ी सहारी नहीं जांदी। क्योंकि साध संगत जी मिट्टी चों भी गरमाइश मिलदी है, हीट मिलदी है, तां ही जेड़े दाणे ने, फसल ने, वो जंमदी है, उगदी है। इसे प्रकार सूरज राही भी तपश मिलदी है, तां फसलां पकदियां ने। चंद्रमा दीयां किरणां राही रस भरदा है। ਉਹ ਜਿਹੜੀ ਹੀਟ ਥੋੜੀ ਥੋੜੀ ਮਿਲਦੀ ਸੀ, ਖੇਤ ਦੇ ਅੰਦਰ ਥੋੜੀ ਥੋੜੀ ਗਰਮੀ ਹੁੰਦੀ ਸੀ, ਮਹਾਰਾਜ ਜੀ ਨੇ ਜਿਵੇਂ ਇੱਕੇ ਰਾਤ ਵਿੱਚ ਖੇਤ ਵਧਾ ਦਿੱਤੇ ਨਾ, ਉਸ ਗਰਮੀ ਨੂੰ ਜ਼ਿਆਦਾ ਕਰਕੇ ਕੋਲਿਆਂ ਦੇ ਰੂਪ ਵਿੱਚ ਵਿਖਾ ਦਿੱਤਾ। ਕੋਲੇ ਮਗਦੇ ਨੇ, ਭਖਦੇ ਨੇ, ਤਪਸ਼ ਸਹਾਰੀ ਨਹੀਂ ਜਾਂਦੀ। ਬੜਾ ਹੈਰਾਨ ਹੋਇਆ, ਜੜਾਂ ਦੇ ਵਿੱਚ ਤੇ ਕੋਲੇ ਭਖਦੇ ਨੇ ਤੇ ਉੱਪਰ ਫਸਲ ਹਰੀ ਭਰੀ ਖੜੀ ਏ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਨਾ ਕੁਦਰਤ ਕਰਕੇ ਵਸਿਆ ਸੋਏ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਆਪਣੀ ਕੁਦਰਤ ਦੇ ਅੰਦਰ ਬਲਿਹਾਰੀ ਕੁਦਰਤ ਵਸਿਆ। बलिहार जाइए ऐसे करतार साहिब तो जिहड़ा कुदरत करके वसिया होया है। जिस वेले दिखावना कीता है, सारे नगर वासियों नूं दसिया, उन्होंने भी आकर के देखना कीता है। राजे ने मिन्नतां कीतियां, सच्चे पातशाह आप सर्ब कला समराथो, कृपा करके मैनू भी तारो, मैनू भी उपदेश दिओ। सतगुरु सच्चे पातशाह महाराज साहब जी ने फिर हुक्म करना कीता, भाई धर्मशाला बनाओ। धर्मशाला बनाई है, सच दा उपदेश दिता है। पूजा एक करतार दी करनी है, निरंकार दी करनी है, अकाल पुरख दी करनी है। किसे होर नू रब जान के नहीं पूजना है, रब नू ही रब करके पूजना है। ते सतगुरु जी ने उपदेश देना कीता है, धर्मशाला बनाई भाई। सत संतोख शुभ गुणा नू धारण करना है, निंदिया चुगली राग द्वेष इत्यादि नू त्यागना है, हक सच दी किरत करनी है, दसवंध कढना है। ते दोवें वेले धर्मशाला दे विच संगत रूप विच जुड़ करके जपना है सतनाम श्री वाहिगुरु। साध संगत जी जिहड़ा गुरमंत्र है ना, ये वाहिगुरु है। वाहिगुरु गुरमंत्र है, जप हउमै खोई। पर सतगुरु सच्चे पातशाह जी दे गुरु घर दी ये मर्यादा है, जदों कड़ाह प्रसाद दी देग वंडी जाती है जां संगती रूप विच जपिया जांदा, फिर सतनाम वाहिगुरु जपिया जांदा है। किरतम नाम कथे तेरे जिहबा, सतनाम तेरा परापूर बला। जेड़े जेड़े परमात्मा जी ने सरगुण स्वरूप धारण करके काम कीते ने, उन्हां कम्मां तो परमात्मा जी दे नाम पै गए, सतगुरु जी दे नाम पै गए। गुरु नानक देव साहब जी गरीबां नूं निवाजदे ने, नाम गरीब निवाज पै गया। गरीब निवाज गुसैया मेरा, माथा छतर धरै। छेवें जामे दे अंदर मीरी पीरी दियां तलवारां धारण करदे ने, तो नाम मीरी पीरी दा मालक हो गया। साहिबे कमाल श्री गुरु गोबिंद सिंह साहब जी नीले घोड़े की असवारी करते हैं, नीले दे शाह असवार नाम हो गया। कलगी नूं सीस दे उपर सजाउंदे ने, नाम कलगीधर हो गया। सरबंस कुर्बान करना कीता है, नाम सरबंस दानी हो गया। जगत संसार खालसा पंथ नूं अमृत दी दात बख्शिश करना कीती है, नाम अमृत के दाते हो गया। गुरु करके पंथ साज करके पंज प्यारियां नूं गुरु धारण करके आप चेला हो गए, ते नाम आपे गुरु चेला हो गया। जदों परमात्मा जी ने सरगुण स्वरूप धारण करके जेड़े जेड़े कारज कीते, उन्हां कारजां तो नाम कीर्तन नाम पए ने। पर पातशाह जी फरमान करना करते ने, सारियां तो पुरातन, पुरातन तो पुरातन, पुराने तो पुराना नाम वाहिगुरु जी दा है सतनाम। इस करके जो पुरातन नाम है गुरमंत्र दे नाल मिला करके संगत रूप विच जपिया जांदा, सतनाम श्री वाहिगुरु। ते श्री अमीर भंडार ग्रंथ दी 5वीं पोथी दे अंदर संत बाबा कृपाल सिंह जी लिखना करते ने कि मुनाफिक देश दे वासियां नूं, क्योंकि उदों अजे
ਗੁਰਬਾਣੀ ਦੀ ਪੋਥੀ ਜਿਹੜੀ ਸਤਿਗੁਰੂ ਜੀ ਦੇ ਕੋਲ ਹੈ ਉਸ ਦੇ ਉਤਾਰੇ ਵੀ ਨਹੀਂ ਹੋਏ, ਗੁਰਮੁਖੀ ਭਾਸ਼ਾ ਸਭਨਾਂ ਨੂੰ ਪੜ੍ਹਨੀ ਵੀ ਨਹੀਂ ਆਉਂਦੀ, ਤੇ ਸਾਰੇ ਜਪਜੀ ਸਾਹਿਬ ਜਾਂ ਹੋਰ ਬਾਣੀ ਨਹੀਂ ਸੀ ਪੜ੍ਹ ਸਕਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਉਤਰਨੇ ਦਾ ਸੌਖਾ ਸਾਧਨ ਦੱਸਣਾ ਕੀਤਾ ਹੈ। ਵਾਹਿਗੁਰੂ ਨਾਮ ਦਾ ਜਹਾਜ਼ ਦੇ ਦੇਣਾ ਕੀਤਾ ਸਿੱਖੋ। ਸਵੇਰੇ ਸ਼ਾਮ ਸੰਗਤ ਦੇ ਵਿੱਚ ਮਿਲ ਕਰਕੇ ਜਪਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀਆਂ ਸੰਗਤਾਂ ਸਵੇਰੇ ਸ਼ਾਮ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨੇ। ਰਾਜਾ ਵੀ ਸਤਿਗੁਰੂ ਦੀ ਚਰਨ ਪਾਹੁਲ ਲੈ ਕਰਕੇ ਸਤਿਗੁਰੂ ਜੀ ਦਾ ਸਿੱਖ ਬਣਿਆ। ਮੁਨਾਫਿਕ ਦੇਸ਼ ਦੇ ਵਾਸੀਆਂ ਨੇ ਸਤਿਗੁਰੂ ਜੀ ਦੀ ਸਿੱਖੀ ਧਾਰਨ ਕੀਤੀ। ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੋੜ ਕਰਕੇ ਕੁਦਰਤ ਰਾਹੀਂ ਕਾਦਰ ਦੀ ਸ਼ਕਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿਖਾ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਲਾਇਆ ਹੈ। ਇਸ ਪ੍ਰਕਾਰ ਜਿੱਥੇ ਖੇਤ ਸੁੱਕਦੇ ਜਾਂਦੇ ਸਨ, ਜਾਨ ਦੇ ਲਾਲੇ ਪਏ ਸਨ, ਮੌਤ ਦਾ ਖੌਫ ਬਣਿਆ ਸੀ, ਸਾਰਾ ਦੇਸ਼ ਉੱਜੜ ਜਾਣ ਦਾ, ਮਰ ਜਾਣ ਦਾ ਡਰ ਸੀ, ਮਹਾਰਾਜ ਜੀ ਨੇ ਪ੍ਰਤੱਖ ਮੀਂਹ ਪਾ ਕਰਕੇ, ਪਾਣੀ ਦੀ ਦਾਤ ਦੇ ਕਰਕੇ ਤਿੰਨਾਂ ਦਾ ਵਿਗੜਿਆ ਹੋਇਆ ਕਾਰਜ ਸਵਾਰ ਦਿੱਤਾ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ, ਗੁਰਮੁਖ ਕਾਰਜ ਸਵਾਰੇ। ਗੁਰਮੁਖਾਂ ਦੇ ਪੂਰੇ ਸਤਿਗੁਰੂ ਜੀ ਕਾਰਜ ਸਵਾਰ ਦਿੰਦੇ ਨੇ। ਅਥਵਾ ਗੁਰਮੁਖ ਜੋ ਵੱਡੇ ਭਾਰੀ ਸਮਰੱਥ ਗੁਰੂ ਨੇ, ਮੁਖੀ ਗੁਰੂ, ਪ੍ਰਧਾਨ ਗੁਰੂ, ਵੱਡੇ ਗੁਰੂ ਨੇ, ਕਿਰਪਾਲਤਾ ਕਰਕੇ ਸੰਸਾਰ ਦੇ ਸਾਰੇ ਜੀਵਾਂ ਦੇ ਸਾਰੇ ਕਾਰਜਾਂ ਨੂੰ ਸਵਾਰ ਦਿੰਦੇ ਨੇ। ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਜੀਵਨ ਰੂਪੀ, ਜਨਮ ਰੂਪੀ ਕਾਰਜ ਨੂੰ ਵੀ ਸਵਾਰ ਦਿੰਦੇ ਨੇ ਤੇ ਮੁਕਤੀ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਹਨ ਜੀ। ਜੁਗ ਜੁਗ ਏਕੋ ਸੱਚਾ ਸੋਈ। ਭਾਈ ਜੁਗਾ ਜੁਗਾਂਤਰਾਂ ਦੇ ਅੰਦਰ ਵਰਤਣੇ ਵਾਲਾ ਕੇਵਲ ਤਾਂ ਇੱਕ ਉਹ ਸੱਚਾ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਸੇ ਪ੍ਰਕਾਰ ਯੁਗ ਦਾ ਅਰਥ ਹੁੰਦਾ ਹੈ ਦੋ, ਤੇ ਦੋ ਵਾਰ ਯੁਗ ਸ਼ਬਦ ਆਇਆ। ਯੁਗ ਯੁਗ 2 + 2 4 ਹੋ ਗਏ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਚਾਰੇ ਯੁਗਾਂ ਦੇ ਅੰਦਰ ਕੁੱਲ ਦੁਨੀਆ ਦਾ ਸੱਚਾ ਮਾਲਕ, ਸੱਚਾ ਸਾਹਿਬ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਜੱਜੇ ਔਂਕੜ ਗੱਗੇ ਨੂੰ ਸਿਹਾਰੀ ਹੈ ਜੋਗੇ, ਭਾਵ ਯੁਗ ਦੇ ਅੰਦਰ, ਜੋਗੇ ਜੋਗ, ਜੁਗ ਜੁਗ ਦੇ ਅੰਦਰ, ਸਾਰਿਆਂ ਹੀ ਯੁਗਾਂ ਜੁਗਾਂਤਰਾਂ ਦੇ ਅੰਦਰ ਸਾਰਿਆਂ ਜੀਵਾਂ ਦੇ ਕਾਰਜਾਂ ਨੂੰ ਸਵਾਰਨ ਵਾਲਾ, ਸਭਨਾਂ ਨੂੰ ਪਦਾਰਥਾਂ ਦਾ ਦਾਤਾ, ਸਵਾਸਾਂ ਦਾ ਦਾਤਾ, ਮੁਕਤੀ ਦਾ ਦਾਤਾ ਉਹ ਸੱਚਾ ਸਾਹਿਬ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸਭਨਾਂ ਦੇ ਲੋਕ ਪਰਲੋਕ ਦੇ ਕਾਰਜ ਸਵਾਰਨ ਵਾਲਾ ਸੱਚਾ ਵਾਹਿਗੁਰੂ ਆਪ ਹੈ। ਭਾਈ ਜੁਗਾ ਜੁਗਾਂਤਰਾਂ ਦੇ ਅੰਦਰ ਭਗਤ ਪੈਦਾ ਕਰਕੇ ਤਿੰਨਾਂ ਦੀ ਰੱਖਿਆ ਕਰਨੇ ਵਾਲਾ ਵੀ ਆਪ ਹੀ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਣਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜੁਗਾ ਜੁਗਾਂਤਰਾਂ ਦੇ ਅੰਦਰ ਸੱਚਾ ਸਾਹਿਬ ਆਪਣੇ ਪਿਆਰਿਆਂ ਦੀ ਆਪ ਹੀ ਪ੍ਰਤਪਾਲਨਾ ਕਰਨੇ ਵਾਲਾ ਹੈ। ਬੂਝਾ ਗੁਰ ਵਿਚਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸੱਚੇ ਸਾਹਿਬ ਦੀ ਸਾਨੂੰ ਸਮਝ ਕਿਵੇਂ ਪਵੇ? ਅਸੀਂ ਸੋਝੀ ਤੋਂ ਹੀਣੇ ਆ, ਅਕਲ ਤੋਂ ਹੀਣੇ ਆ। ਮਹਾਰਾਜ ਸਾਨੂੰ ਗਿਆਤ, ਸਾਨੂੰ ਸੋਝੀ ਕਿਵੇਂ ਆਵੇ? ਤੇ ਹਜ਼ੂਰ ਫਰਮਾਉਂਦੇ ਨੇ, ਬੂਝਾ ਗੁਰ ਵਿਚਾਰੇ। ਭਾਈ ਜਿਸ ਨੇ ਵੀ ਗੁਰ ਸ਼ਬਦ ਦੀ ਵਿਚਾਰ ਕੀਤੀ, ਉਸ ਗੁਰ ਸ਼ਬਦਗੇ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਬੂਝਾ ਹਰੀ ਅਕਾਲ ਪੁਰਖ ਜੀ ਨੂੰ ਸਮਝਣਾ ਕੀਤਾ ਹੈ। ਗੁਰ ਸ਼ਬਦ ਦੁਆਰਾ ਹੀ ਤਿਸ ਦੀ ਗਿਆਤ, ਤਿਸ ਦਾ ਗਿਆਨ ਪ੍ਰਾਪਤ ਹੁੰਦਾ ਹੈ। ਮਨਮੁਖ ਕਾਮ ਵਿਆਪੀ, ਮੋਹ ਸੰਤਾਪੀ। ਇਹ ਸੱਚੇ ਪਾਤਸ਼ਾਹ ਜੀ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਮਝ ਸਾਰੇ ਸੰਸਾਰ ਵਾਸੀਆਂ ਨੂੰ ਕਿਉਂ ਨਹੀਂ ਆ ਜਾਂਦੀ? ਸਾਰੀ ਦੁਨੀਆ ਵਾਹਿਗੁਰੂ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਕੇ ਵਾਹਿਗੁਰੂ ਜੀ ਦੇ ਨਾਮ ਵਿੱਚ ਕਿਉਂ ਨਹੀਂ ਜੁੜ ਜਾਂਦੀ ਹੈ? ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਮਨਮੁਖ ਕਾਮ ਵਿਆਪੀ। ਜਿਤਨੇ ਮਨਮੁਖ ਲੋਕ ਨੇ, ਰੱਬ ਤੋਂ ਟੁੱਟੇ ਹੋਏ ਲੋਕ ਨੇ, ਮਨ ਦੀ ਮਰਜ਼ੀ ਕਰਨ ਵਾਲੇ ਲੋਕ ਨੇ, ਮਨ ਦੇ ਪਿੱਛੇ ਲੱਗਣ ਵਾਲੇ ਲੋਕ ਨੇ, ਦੁਨੀਆ ਦੇ ਅੰਦਰ ਬਹੁ ਗਿਣਤੀ ਉਹਨਾਂ ਦੀ ਹੈ ਜਿਹੜੇ ਮਨ ਦੇ ਪਿੱਛੇ ਹੀ ਤੁਰਦੇ ਨੇ। ਜੇ ਕੋ ਪ੍ਰਸ਼ਾਦਾ ਛਕ ਲਾ, ਕਹਿੰਦਾ ਮਨ ਨਹੀਂ ਕਰਦਾ। ਪਰ ਜੇ ਮਨ ਕਰਦਾ ਹੋਵੇ ਤੇ ਮੰਦ ਕਰਮੀ ਵੀ ਹੋ ਜਾਂਦਾ ਹੈ। ਮਨ ਕਰਦਾ ਹੋਵੇ ਤੇ ਭੱਖ ਚੀਜ਼ਾਂ ਨੂੰ ਵੀ ਖਾਂਦਾ ਹੈ। ਜੋ ਮਨ ਨੇ ਕਿਹਾ ਉਹ ਕਰਨਾ। ਇਸ ਪ੍ਰਕਾਰ ਦੁਨੀਆ ਮਨਮੁਖਾਂ ਦੇ ਨਾਲ ਭਰੀ ਪਈ ਹੈ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਮਨਮੁਖ ਨੇ ਨਾ, ਪਰਾਇਆ ਰੂਪ ਇਤਿਆਦਿਕ ਦੇਖ ਕਰਕੇ ਉਹਨਾਂ ਦੇ ਮਨ ਦੇ ਅੰਦਰ ਕਾਮ ਵਿਆਪਿਆ ਹੋਇਆ ਹੈ। ਕਾਮ ਭਾਵਨਾ ਦੇ ਅੰਦਰ ਰਹਿ ਕਰਕੇ ਨਰਕਗਾਮੀ ਹੋ ਰਹੇ ਨੇ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣਾ ਹੈ। ਹੇ ਕਾਮ, ਤੂੰ ਨਰਕਾਂ ਦੇ ਵਿੱਚ ਵਾਸਾ ਦੇਣ ਵਾਲਾ ਤੇ ਜੀਵਾਂ ਨੂੰ ਬਹੁਤੀਆਂ ਜੂਨਾਂ ਵਿੱਚ ਭਰਮਾਉਣ ਵਾਲਾ ਹੈ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵਹਿ, ਘਰੀ ਮੋਹਤ ਰੰਗ ਮਾਣ ਹੈ, ਫਿਰ ਬਹੁਤ ਬਹੁਰ ਬਹੁਰ ਪਛਤਾਵਹਿ। ਸੋ ਘੜੀ ਮਨ ਤਾਂ ਆਪਣੇ ਮਨ ਦੀ ਮੌਜ ਮਰਜ਼ੀ ਕਰ ਲੈਂਦਾ ਹੈ, ਪਰ ਨਰਕਾਂ ਵਿੱਚ ਪਿਆ ਫਿਰ ਬਹੁਤਾ ਪਛਤਾਤਾਪ ਕਰਦਾ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਮਨਮੁਖ ਕਾਮ ਵਿਆਪੀ।
ਮਨਮੁਖਾਂ ਦੀ ਜਿਹੜੀ ਬਿਰਤੀ ਹੈ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਨਾ ਲੱਗ ਕਰਕੇ ਤੇ ਕਾਮਨਾਵਾਂ ਦੇ ਵਿੱਚ ਲੱਗੀ ਹੋਈ ਏ। ਇੱਕ ਤੋਂ ਅੱਗੇ ਦੂਜੀ ਕਾਮਨਾ, ਦੂਜੀ ਤੋਂ ਅੱਗੇ ਤੀਜੀ ਕਾਮਨਾ, ਕਾਮਨਾ ਤੋਂ ਅੱਗੇ ਹੋਰ ਕਾਮਨਾ, ਕਾਮਨਾਵਾਂ ਦੇ ਵਿੱਚ ਲੱਗ ਕਰਕੇ ਖੁਆਰ ਹੋ ਰਿਹਾ ਹੈ। ਸਾਧ ਸੰਗਤ ਜੀ, ਇੱਕ ਪੁਰਾਣਿਕ ਮੱਤ ਦੇ ਅੰਦਰ ਸਾਖੀ ਆਉਂਦੀ ਏ। ਇੱਕ ਸਾਧੂ ਮਹਾਤਮਾ ਜੀ ਚੌਂਕੜਾ ਮਾਰ ਕਰਕੇ ਬੰਦਗੀ ਦੇ ਵਿੱਚ ਜੁੜੇ ਹੋਏ ਨੇ, ਬੰਦਗੀ ਕਰ ਰਹੇ ਨੇ, ਧਿਆਨ ਨੂੰ ਕੇਂਦਰਿਤ ਕੀਤਾ ਹੋਇਆ ਹੈ। ਤੇ ਕੋਈ ਜਾਨਵਰ, ਕਾਂ ਇਤਿਆਦਿਕ, ਜਿਸ ਨੇ ਚੁੰਝ ਦੇ ਵਿੱਚ ਇੱਕ ਚੂਹੀ ਫੜੀ ਹੋਈ ਸੀ, ਉੜਦਾ ਜਾ ਰਿਹਾ ਸੀ। ਚੂਹੀ ਹਿੱਲੀ ਹੈ, ਛੁੱਟਣ ਦਾ ਯਤਨ ਕੀਤਾ ਹੈ, ਕਾਂ ਦੀ ਚੁੰਝ ਦੇ ਵਿੱਚ ਉਹ ਛੁੱਟ ਗਈ ਹੈ ਤੇ ਆ ਕਰਕੇ ਸਾਧੂ ਦੀ ਝੋਲੀ ਵਿੱਚ ਡਿੱਗੀ। ਹੁਣ ਜ਼ਖਮੀ ਹੋਈ ਚੂਹੀ ਇਹ ਬੜੀ ਮਾਸੂਮ ਜੀ, ਨਾ ਉਹਦੇ ਕੋ ਭੱਜਿਆ ਜਾਂਦਾ, ਨਾ ਉਹਦੇ ਕੋ ਤੁਰਿਆ ਜਾਂਦਾ। ਤੇ ਸਾਧੂ ਨੂੰ ਉਸ ਦੇ ਉੱਪਰ ਦਇਆ ਆ ਗਈ, ਮਾਸੂਮ ਜਿਹਾ ਜੀਵ ਹੈ ਵੀ ਤੇ ਰੱਬ ਦਾ ਜੀਵ ਦੁੱਖ ਭੋਗਣ ਡਿਆ। ਤੇ ਪੁਰਾਣਿਕ ਮੱਤ ਕਹਿੰਦਾ ਹੈ ਕਿ ਉਸ ਸਾਧੂ ਨੇ ਉਸ ਚੂਹੀ ਨੂੰ ਆਪਣੀ ਸ਼ਕਤੀ ਦੇ ਨਾਲ ਨਿੱਕੀ ਜੀ ਕੁੜੀ ਬਣਾ ਦਿੱਤਾ ਹੈ, ਆਪਣੀ ਧੀ ਬਣਾ ਲਿਆ, ਧੀ ਬਣਾ ਕੇ ਪਾਲਿਆ। ਹੁਣ ਕਾਮਨਾ ਮਨੁੱਖ ਨੂੰ ਕਿੱਥੇ ਤੋਂ ਕਿੱਥੇ ਲੈ ਜਾਂਦੀਆਂ ਨੇ। ਇਹ ਸਾਧੂ ਦੀ ਬਣਾਈ ਹੋਈ ਧੀ, ਸ਼ਕਤੀ ਨਾਲ ਬਣਾਈ ਹੋਈ, ਮੂੰਹੋਂ ਬੋਲੀ ਹੋਈ ਧੀ ਵੱਡੀ ਹੋਈ ਏ, ਜਵਾਨ ਹੋਈ ਏ। ਤੇ ਹੁਣ ਵਰ ਦੀ ਭਾਲ ਮਹਾਤਮਾ ਜੀ ਕਰਨ ਲੱਗੇ ਨੇ। ਆਪਣੀ ਧੀ ਨੂੰ ਵਿਆਹੁਣ ਵਾਸਤੇ ਜੋਗ ਵਰ ਦੀ ਭਾਲ ਕਰਾਂ, ਐਸਾ ਵਰ ਮੇਰੀ ਧੀ ਦਾ ਹੋਵੇ ਜਿਹੋ ਜਿਹਾ ਵਰ ਕੁੱਲ ਦੁਨੀਆ 'ਚ ਕਿਸੇ ਨੂੰ ਪ੍ਰਾਪਤ ਨਾ ਹੋਵੇ। ਹਰ ਬਾਪ ਦੀ ਚਾਹਤ ਇਹੋ ਹੁੰਦੀ ਹੈ ਕਿ ਉਸ ਦੀ ਧੀ ਨੂੰ ਚੰਗੇ ਵਰ ਦੀ ਪ੍ਰਾਪਤੀ ਹੋਵੇ। ਤੇ ਆਪਣੀ ਬੇਟੀ ਦੇ ਨਾਲ, ਧੀ ਦੇ ਨਾਲ ਸਲਾਹ ਕਰਨਾ ਕੀਤੀ, ਧੀਏ ਤੈਨੂੰ ਕਿਹੋ ਜਿਹਾ ਵਰ ਚਾਹੀਦਾ ਹੈ? ਤੇ ਕਹਿਣ ਲੱਗੀ, ਪਿਤਾ ਜੀ ਮੈਨੂੰ ਇੰਨੇ ਤੇਜ ਪ੍ਰਤਾਪ ਵਾਲਾ ਵਰ ਚਾਹੀਦਾ ਹੈ ਜਿਹਦੇ ਜਿੰਨਾ ਤੇਜ ਕੁੱਲ ਦੁਨੀਆ 'ਚ ਕਿਸੇ ਦਾ ਵੀ ਨਾ ਹੋਵੇ। ਤੇ ਮਹਾਤਮਾ ਜੀ ਕਹਿਣ ਲੱਗੇ, ਫਿਰ ਸਭ ਤੋਂ ਵੱਧ ਤੇਜ ਪ੍ਰਤਾਪ ਤੇ ਸੂਰਜ ਦਾ ਹੈ। ਕਹਿਣ ਲੱਗੀ, ਠੀਕ ਹੈ, ਮੈਂ ਸੂਰਜ ਨੂੰ ਵਰਾਂਗੀ, ਮੈਨੂੰ ਸੂਰਜ ਹੀ ਪਤੀ ਰੂਪ ਵਿੱਚ ਚਾਹੀਦਾ ਹੈ। ਮਹਾਤਮਾ ਜੀ ਤਿਆਰੀ ਕਰ ਰਹੇ ਨੇ, ਸੂਰਜ ਦੇ ਨਾਲ ਗੱਲ ਕਰਨੀ ਹੈ, ਕਿਉਂਕਿ ਇਹਨਾਂ ਦੇ ਵੀ ਸੂਖਸ਼ਮ ਸਰੀਰ ਮੰਨੇ ਗਏ ਨੇ। ਜਿਵੇਂ ਕਿ ਚੰਦਰਮਾ ਉਸ ਦੀਆਂ 27 ਘਰ ਵਾਲੀਆਂ ਮੰਨੀਆਂ ਗਈਆਂ ਕਿ 27 ਵਿਆਹ ਹੋਏ ਨੇ, ਇਸੇ ਪ੍ਰਕਾਰ ਸੂਰਜ ਨੂੰ ਵਿਆਹਿਆ ਹੋਇਆ ਪਰਿਵਾਰ ਵਾਲਾ ਮੰਨਿਆ ਗਿਆ। ਜੇ ਕੋਈ ਕਿੰਤੂ ਕਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗਵਾਹੀ ਦਿੰਦੇ ਨੇ ਇਸ ਗੱਲ ਦੀ। ਰਵ ਕੇ ਸੋ ਤਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ। ਜਿਹੜੇ ਗੁਰੂ ਜੀ ਦੇ ਚਰਨਾਂ ਦੇ ਨਾਲ ਚਿੱਤ ਲਾਉਂਦੇ ਨੇ ਨਾ, ਉਹਨੂੰ ਧਰਮਰਾਜ ਦਾ ਕਾਹਦਾ ਡਰ ਹੈ। ਰਵ ਕੇ ਸੋ ਤਕੋ ਤਿਨ ਤਰਾਸ ਕਹਾ, ਰਬ ਨਾਮ ਸੂਰਜ ਦਾ ਹੈ, ਸੁਤ ਨਾਮ ਪੁੱਤਰ ਦਾ ਹੈ। ਉਹਨਾਂ ਨੂੰ ਸੂਰਜ ਦੇ ਪੁੱਤ ਦਾ ਕਾਹਦਾ ਡਰ ਹੈ? ਤੇ ਸੂਰਜ ਦਾ ਪੁੱਤ ਹੈ ਸਾਧ ਸੰਗਤ ਜੀ ਧਰਮਰਾਜ। ਉਹਨਾਂ ਨੂੰ ਧਰਮਰਾਜ ਦਾ ਕਾਹਦਾ ਡਰ ਜੋ ਗੁਰੂ ਚਰਨਾਂ ਦੇ ਨਾਲ ਚਿੱਤ ਲਾਉਂਦੇ ਨੇ। ਕਹਿਣ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਏ, ਸੂਰਜ ਦਾ ਵੀ ਪਰਿਵਾਰ ਹੈ, ਚੰਦਰਮਾ ਦਾ ਵੀ ਪਰਿਵਾਰ ਹੈ, ਇਹ ਵੀ ਜਨਮ ਮਰਨ ਇਤਿਆਦਿਕ ਦੇ ਗੇੜੇ ਵਿੱਚ ਨੇ। ਤੇ ਕਹਿਣ ਲੱਗੀ, ਜੀ ਮੈਂ ਸੂਰਜ ਨਾਲ ਵਿਆਹ ਕਰਨਾ। ਤੇ ਸਾਧੂ ਮਹਾਤਮਾ ਜੀ ਤਿਆਰੀ ਕਰ ਰਹੇ ਨੇ। ਦੇਵ ਨੇ ਐਸੀ ਵਰਤੀ ਏ ਕਿ ਸੂਰਜ ਦੇ ਅੱਗੇ ਨਾ ਬੱਦਲਵਾਈ ਹੋਈ ਤੇ ਬੱਦਲ ਆ ਗਏ। ਜਦੋਂ ਬੱਦਲਾਂ ਨੇ ਸੂਰਜ ਨੂੰ ਢੱਕ ਦਿੱਤਾ ਤੇ ਕਹਿਣ ਲੱਗੀ, ਪਿਤਾ ਜੀ ਸੂਰਜ ਨੂੰ ਬੱਦਲਾਂ ਨੇ ਢੱਕ ਲਿਆ, ਉਹਦਾ ਪ੍ਰਕਾਸ਼ ਰੋਕ ਦਿੱਤਾ ਹੈ, ਦੇਖੋ ਹੁਣ ਸੂਰਜ ਨਜ਼ਰ ਨਹੀਂ ਆਉਂਦਾ। ਬੱਦਲਾਂ ਨੇ ਸੂਰਜ ਨੂੰ ਢੱਕ ਲਿਆ, ਇਹਦਾ ਮਤਲਬ ਬੱਦਲ ਜ਼ਿਆਦਾ ਸ਼ਕਤੀਸ਼ਾਲੀ ਨੇ, ਮੈਂ ਤੇ ਬੱਦਲਾਂ ਨਾਲ ਵਿਆਹ ਕਰਾਉਣਾ ਹੈ। ਤੇ ਇਸ ਵੇਲੇ ਕਾਮਨਾਵਾਂ ਕਿਵੇਂ ਡੁਲਾਉਂਦੀਆਂ ਨੇ, ਕਿਵੇਂ ਮਨ ਦੀ ਭਟਕਣਾ ਨੂੰ ਵਧਾਉਂਦੀਆਂ ਨੇ। ਕਹਿਣ ਲੱਗੇ, ਠੀਕ ਹੈ, ਫਿਰ ਮੇਘਾਂ ਦਾ ਜਿਹੜਾ ਰਾਜਾ ਉਹ ਇੰਦਰ ਹੈ, ਸਵਰਗ ਦੇ ਰਾਜੇ ਇੰਦਰ ਦੇ ਨਾਲ ਤੇਰਾ ਵਿਆਹ ਕਰ ਦਿੰਨੇ ਆ। ਥੋੜੇ ਸਮੇਂ ਦੇ ਬਾਅਦ ਤੇਜ਼ ਹਵਾ ਆਈ ਏ, ਬੱਦਲਾਂ ਨੂੰ ਉਡਾ ਕੇ ਲੈ ਗਈ। ਕਹਿਣ ਲੱਗੀ, ਪਿਤਾ ਜੀ ਬੱਦਲਾਂ ਦੇ ਨਾਲੋਂ ਤੇ ਹਵਾ ਤਾਕਤਵਰ ਹੈ, ਇਸ ਕਰਕੇ ਮੈਂ ਹਵਾ ਦੇ ਨਾਲ ਵਿਆਹ ਕਰਾਉਣਾ ਹੈ। ਤੇ ਮਹਾਤਮਾ ਜੀ ਸ਼ਕਤੀਸ਼ਾਲੀ ਸਨ। ਕਹਿਣ ਲੱਗੇ, ਕੋਈ ਨਹੀਂ, ਸਵਰਗਾਂ ਤੱਕ ਪਹੁੰਚ ਹੈ, ਹਵਾ ਪਵਨ ਦੇਵਤਾ ਹੈ ਨਾ, ਪਵਨ ਦੇਵਤੇ ਦੇ ਨਾਲ ਤੇਰਾ ਵਿਆਹ ਕਰ ਦਿੰਨੇ ਆ। ਕਹਿਣ ਲੱਗੀ, ਪਿਤਾ ਜੀ ਇਹਨਾਂ ਹਵਾਵਾਂ ਨੂੰ ਡੱਕਣ ਵਾਲਾ ਤੇ ਕੋਈ ਨਹੀਂ ਨਾ, ਸਭ ਤੋਂ ਸ਼ਕਤੀਸ਼ਾਲੀ ਤੇ ਇਹੀ ਨੇ। ਤੇ ਮਹਾਤਮਾ ਜੀ ਨੇ ਕਹਿਣਾ ਕੀਤਾ, ਨਹੀਂ, ਪਹਾੜ ਜਿਹੜੇ ਨੇ ਹਵਾ ਨੂੰ ਰੋਕ ਲੈਂਦੇ ਨੇ, ਪਹਾੜਾਂ ਦੇ ਨਾਲ ਜਾ ਕੇ ਹਵਾ ਟਕਰਾਉਂਦੀ, ਉੱਥੇ ਇਸ ਦਾ ਜ਼ੋਰ ਨਹੀਂ ਚੱਲਦਾ। ਤੇ ਕਹਿਣ ਲੱਗੀ, ਠੀਕ ਹੈ, ਫਿਰ ਮੈਂ ਤੇ ਪਹਾੜ ਪਰਬਤ ਨਾਲ ਹੀ ਵਿਆਹ ਕਰਾਉਣਾ ਹੈ। ਕਹਿਣ ਲੱਗੇ, ਠੀਕ ਹੈ, ਜਿਵੇਂ ਅਗਸਤ ਮੁਨੀ ਜੀ ਨੇ ਪਹਾੜ ਨੂੰ ਝੁਕਾਇਆ ਸੀ, ਇਹਨਾਂ ਦੇ ਅੰਦਰ ਵੀ ਸੂਖਸ਼ਮਤਾ ਹੁੰਦੀ ਹੈ, ਸੂਖਸ਼ਮ ਸਰੀਰ ਹੁੰਦੇ ਨੇ। ਲੈ ਕਰਕੇ ਪਹਾੜਾਂ ਦੇ ਵਿੱਚ ਬੇਟੀ ਨੂੰ ਗਏ, ਚੱਲ ਤੇਰਾ ਪਹਾੜਾਂ ਦੇ ਨਾਲ ਵਿਆਹ ਕਰਾਉਨੇ ਆ। ਤੇ ਕੀ ਤੱਕਿਆ, ਚੂਹੇ ਜਿਹੜੇ ਨੇ ਉਹ ਪਹਾੜ ਦੀਆਂ ਜੜ੍ਹਾਂ 'ਚ ਬੈਠੇ ਰੁੱਡਾਂ ਪੁੱਟ ਰਹੇ ਨੇ, ਮਿੱਟੀ ਪੁੱਟ ਕੇ ਬਾਹਰ ਲਈ ਆਉਂਦੇ ਨੇ। ਕਹਿਣ ਲੱਗੀ, ਪਿਤਾ ਜੀ ਤੁਸੀਂ ਤੇ ਕਿਹਾ ਸੀ ਪਹਾੜ ਤੋਂ ਸ਼ਕਤੀਸ਼ਾਲੀ ਕੋਈ ਨਹੀਂ, ਪਰ ਆ ਚੂਹਾ ਤੇ ਪਹਾੜ ਤੋਂ ਵੀ ਸ਼ਕਤੀਸ਼ਾਲੀ ਏ, ਜਿਹੜਾ ਪਹਾੜ ਦੀਆਂ ਵੀ ਜੜ੍ਹਾਂ ਪੁੱਟੀ ਜਾਂਦਾ, ਮੋਢੀ ਪੁੱਟੀ ਜਾਂਦਾ। ਇਸ ਕਰਕੇ ਮੈਨੂੰ ਲੱਗਦਾ ਪਹਾੜ ਦੇ ਨਾਲੋਂ ਚੂਹਾ ਜ਼ਿਆਦਾ ਤਾਕਤਵਰ ਹੈ, ਮੇਰਾ ਵਿਆਹ ਤੁਸੀਂ ਚੂਹੇ ਦੇ ਨਾਲ ਕਰ ਦਿਓ। ਤੇ ਮਹਾਤਮਾ ਜੀ ਕਹਿਣ ਲੱਗੇ, ਤੇਰੇ ਵੀ ਬਸ ਕੋਈ ਨਹੀਂ, ਇੱਕ ਚੂਹੀ ਦਾ ਵਿਆਹ ਚੂਹੇ ਨਾਲ ਹੀ ਹੋ ਸਕਦਾ ਸੀ। ਇਸ ਪ੍ਰਕਾਰ ਮਨ ਦੀਆਂ ਕਾਮਨਾ ਸੂਰਜ ਵਰ ਵਿੱਚ ਪ੍ਰਾਪਤ ਹੋ ਰਿਹਾ ਹੈ।
ਇਸੇ ਪ੍ਰਕਾਰ ਇੰਦਰ ਦੇਵਤਾ ਪ੍ਰਾਪਤ ਹੋ ਸਕਦਾ, ਵਰਣ ਦੇਵਤਾ ਪ੍ਰਾਪਤ ਹੋ ਸਕਦਾ, ਪਹਾੜ ਪ੍ਰਾਪਤ ਹੋ ਸਕਦੇ ਨੇ, ਪਰ ਮਨ ਦੀ ਕਾਮਨਾ ਨੇ ਕਿੱਥੇ ਲੈ ਆਂਦਾ, ਕਿੱਥੇ ਸੂਰਜ ਨੂੰ ਵਰਨਾ ਸੀ, ਕਿੱਥੇ ਚੂਹੇ ਨੂੰ ਵਰਨ ਲਿਆ। ਇਸ ਪ੍ਰਕਾਰ ਜੀਵ ਆਤਮਾ ਨੇ ਨਿਰੰਕਾਰ ਜੀ ਗਿਆਨ ਦਾ ਸੂਰਜ ਨੇ, ਭਾਵੇਂ ਕਿ ਸੂਰਜ ਦੀ ਉਪਮਾ ਬੜੀ ਥੋੜੀ ਹੈ, ਨਿਰੰਕਾਰ ਜੀ ਦੇ ਨਾਲ ਨਹੀਂ ਪੁੱਗਦੀ, ਪਰ ਹੋਰ ਉਦਾਹਰਣ ਵੀ ਕੋਈ ਨਹੀਂ ਦਈਏ ਕਿਹੜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਥਵਾ ਗੁਰ ਪਰਮੇਸ਼ਰ ਜੀ, ਪਾਰ ਬ੍ਰਹਮ ਪਰਮੇਸ਼ਰ ਜੀ ਬ੍ਰਹਮ ਗਿਆਨ ਦੇ ਸੂਰਜ ਨੇ, ਤੇ ਜਿਹੜੀ ਜੀਵ ਇਸਤਰੀ ਹੈ ਉਸ ਦੀ ਕਾਮਣੀ ਹੈ, ਉਸ ਦੀ ਘਰਵਾਲੀ ਹੈ, ਉਸ ਦੀ ਇਸਤਰੀ ਹੈ। ਵਾਹਿਗੁਰੂ ਜੀ ਨੂੰ ਵਰਨ ਦੀ ਬਜਾਏ ਪਦਾਰਥਾਂ ਨੂੰ ਆਪਣਾ ਮਾਲਕ ਮੰਨ ਲਿਆ ਹੈ, ਪਦਾਰਥਾਂ ਨਾਲ ਮਨ ਲਾ ਲਿਆ ਹੈ, ਮਾਇਆ ਦੇ ਮੋਹ ਵਿੱਚ ਆਪਣਾ ਮਨ ਲਾ ਲਿਆ, ਕਾਮ ਦੇ ਵਿੱਚ ਆਪਣਾ ਜਿਹੜਾ ਮਨ ਹੈ ਉਹ ਲਾ ਲਿਆ। ਜਿੱਥੇ ਵਾਹਿਗੁਰੂ ਨੂੰ ਵਰਨਾ ਸੀ, ਫਿਰ ਕਾਲ ਆ ਕਰਕੇ ਇਸ ਨੂੰ ਵਰ ਲੈਂਦਾ ਹੈ, ਮੌਤ ਆ ਕਰਕੇ ਮਾਰਦੀ ਹੈ। ਜੇ ਤੇ ਵਾਹਿਗੁਰੂ ਜੀ ਦੀ ਕਾਮਣੀ ਹੋ ਜਾਂਦੀ ਤੇ ਮੌਤ ਤੋਂ ਰਹਿਤ ਹੋ ਜਾਣਾ ਸੀ, ਜੰਮਣ ਮਰਨ ਮੁੱਕ ਜਾਣਾ ਸੀ। ਪਰ ਜਿਸ ਵੇਲੇ ਵਾਹਿਗੁਰੂ ਜੀ ਵੱਲੋਂ ਮੁਖ ਮੋੜ ਲਿਆ, ਸਾਧੂ ਦੀ ਚੂਹੀ ਤੋਂ ਬੇਟੀ ਬਣੀ ਹੋਈ ਧੀ ਵਾਂਗੂ ਕਦੀ ਮਨ ਕਿਧਰੇ ਲਾ ਲਿਆ, ਕਦੀ ਕਿਧਰੇ ਲਾ ਲਿਆ ਤੇ ਚੂਹੇ ਨੂੰ ਵਰਿਆ। ਜੀਵ ਜਿਹੜਾ ਹੈ ਮਨ ਕਦੇ ਕਾਮ ਵਿੱਚ ਲਾਉਂਦਾ ਹੈ, ਕਦੇ ਪਦਾਰਥਾਂ ਵਿੱਚ ਲਾਉਂਦਾ, ਕਦੇ ਮੋਹ ਵਿੱਚ ਲਾਉਂਦਾ ਹੈ, ਤੇ ਆਖਰਕਾਰ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੁੜਕਾਈ। ਇਸ ਪ੍ਰਕਾਰ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ ਜਾਣਾ ਸੀ ਵਾਹਿਗੁਰੂ ਜੀ ਦੇ ਨਾਲ, ਸੁਹਾਗਵਤੀ ਬਣਨਾ ਸੀ ਵਾਹਿਗੁਰੂ ਜੀ ਦੀ, ਪਰ ਮਨ ਦੀ ਭਟਕਣਾ ਕਰਕੇ, ਬਿਰਤੀ ਕਰਕੇ, ਕਾਮਨਾਵਾਂ ਕਰਕੇ ਕਾਲ ਦੇ ਵਸ ਪੈ ਜਾਂਦੀ, ਤੇ ਜਿਹੜੀ ਜਗਿਆਸੂ ਰੂਪ ਜੀਵ ਰੂਪੀ ਇਸਤਰੀ ਹੈ ਫਿਰ ਜੰਮਦੀ ਮਰਦੀ ਰਹਿੰਦੀ ਹੈ। ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਇਸ ਪ੍ਰਕਾਰ ਸਾਰੀ ਦੁਨੀਆ ਵਾਹਿਗੁਰੂ ਜੀ ਨੂੰ ਪ੍ਰਾਪਤ ਤਾਂ ਨਹੀਂ ਕਰਦੀ, ਇਹ ਕਾਮ ਦੀ ਮਾਰੀ ਹੋਈ ਏ ਤੇ ਕਾਮਨਾਵਾਂ ਦੀ ਮਾਰੀ ਹੋਈ ਏ। ਕਾਮਨਾਵਾਂ ਇਸ ਨੂੰ ਬਹੁਤੀਆਂ ਵਿਆਪਦੀਆਂ ਨੇ, ਮਾਇਆ ਦਾ ਮੋਹ ਇਸ ਨੂੰ ਬਹੁਤਾ ਹੀ ਵਿਆਪਦਾ ਹੈ, ਇਸ ਕਰਕੇ ਨਿਰੰਕਾਰ ਜੀ ਤੋਂ ਬੇਮੁਖ ਹੋ ਰਹੀ ਹੈ। ਕਿਸ ਆਗੇ ਜਾਏ ਪੁਕਾਰੇ। ਇਸ ਪ੍ਰਕਾਰ ਜਦੋਂ ਆਪ ਹੀ ਵਿਕਾਰਾਂ ਦੇ ਵਿੱਚ ਲੱਗੀ ਹੋਈ ਹੈ ਤੇ ਵਿਕਾਰਾਂ ਵਿੱਚੋਂ ਛੁੱਟਣ ਵਾਸਤੇ ਕਿਸ ਦੇ ਅੱਗੇ ਜਾ ਕਰਕੇ ਪੁਕਾਰ ਕਰੇ, ਇਸ ਦੇ ਦੁੱਖਾਂ ਨੂੰ ਫਿਰ ਕੋਈ ਵੀ ਦੂਰ ਨਹੀਂ ਕਰ ਸਕਦਾ ਹੈ। ਨਾਨਕ ਮਨਮੁਖ ਥਾਉ ਨ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਮਨਮੁਖ ਦੀ ਝੂਠੀ ਪ੍ਰੀਤ, ਜਗਤ ਦੀ ਪ੍ਰੀਤ, ਮਾਇਆ ਦੀ ਪ੍ਰੀਤ ਇਤਿਆਦਿਕ ਜਿਹੜੀ ਇਸ ਦੀ ਮੁਸ਼ੱਕਤ ਹੈ ਉਹ ਥਾਂ ਦੇ ਵਿੱਚ ਨਹੀਂ ਪੈਂਦੀ ਹੈ, ਸਫਲੀ ਨਹੀਂ ਹੁੰਦੀ ਹੈ। ਬਿਨ ਗੁਰ ਅਤ ਪਿਆਰੇ। ਅਤਿਅੰਤ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੇ ਤੋਂ ਬਿਨਾਂ। ਸੋ ਇਸੇ ਪ੍ਰਕਾਰ ਅਤਿਅੰਤ ਪਿਆਰੇ, ਅਤ ਪਿਆਰੇ, ਜੋ ਅਤਿਅੰਤ ਪਿਆਰੇ ਸਤਿਗੁਰੂ ਜੀ ਨੇ ਨਾ, ਬਿਨਾਂ ਸਤਿਗੁਰੂ ਜੀ ਦਾ ਉਪਦੇਸ਼ ਕਮਾਏ ਤੋਂ ਬਿਨਾਂ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਮਨਮੁਖ ਥਾਉ ਨਾ ਪਾਏ। ਸਰੂਪ ਰੂਪੀ ਥਾਉ ਨੂੰ, ਸਰੂਪ ਰੂਪੀ ਸਥਾਨ ਨੂੰ ਪ੍ਰਾਪਤ ਨਹੀਂ ਕਰਦੀ ਹੈ, ਥਾਉ ਨਾ ਪਾਏ। ਇਸੇ ਪ੍ਰਕਾਰ ਹਿਰਦੇ ਰੂਪੀ ਥਾਉ ਦੇ ਅੰਦਰ ਪਤੀ ਪ੍ਰਮਾਤਮਾ ਜੀ ਦੀ ਸਾਖਿਆਤਕਾਰਤਾ ਨਹੀਂ ਪਾਉਂਦੀ ਹੈ ਮਨਮੁਖ ਜਗਿਆਸੂ ਰੂਪ ਇਸਤਰੀ, ਪੂਰੇ ਸਤਿਗੁਰੂ ਜੀ ਦੇ ਅਤਿਅੰਤ ਪਿਆਰ ਕੀਤੇ ਤੋਂ ਬਿਨਾਂ। ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ। ਇਸ ਪ੍ਰਕਾਰ ਜੀਵ ਦੀ ਅਲਪਗਤਾ ਸਾਹਿਬ ਜੀ ਦਰਸਾਉਂਦੇ ਨੇ। ਇਹ ਜਿਹੜੀ ਜਗਿਆਸੂ ਰੂਪ ਇਸਤਰੀ ਹੈ ਨਾ, ਮੁੰਦ ਦਾ ਭਾਵ ਹੈ ਇਸਤਰੀ, ਸੰਸਕ੍ਰਿਤ ਦਾ ਸ਼ਬਦ ਹੈ। ਇਆਣੀ ਬੜੀ ਅਣਜਾਣ ਹੈ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਕਰਨਾ ਨਹੀਂ ਜਾਣਦੀ ਹੈ, ਬੜੀ ਭੋਲੀ ਹੈ। ਕਾਮ ਕ੍ਰੋਧ ਆ ਕਰਕੇ ਇਸ ਨੂੰ ਠੱਗ ਲੈਂਦੇ ਨੇ, ਇਸ ਕਰਕੇ ਭੋਲੀ ਹੈ। ਨਿਗੁਣੀਆਂ ਜੀਓ, ਗੁਣਾ ਤੋਂ ਰਹਿਤ ਹੈ। ਸਤ, ਸੰਤੋਖ, ਧਰਮ, ਵਿਚਾਰ, ਦਇਆ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਸ਼ਰਵਣ, ਮੰਨਣ, ਨਿਧਿਆਸਨ, ਇਸੇ ਪ੍ਰਕਾਰ ਖਾਟਕ ਸੰਪਤੀ, ਮੋਖ, ਇੱਛਾ, ਇਹਨਾਂ ਸਮੂਹ ਗੁਣਾ ਤੋਂ ਵਾਂਝੀ ਹੈ, ਔਗਣਿਆਰੀ ਹੈ ਜੀ। ਫਿਰ ਅਗਮ ਅਪਾਰਾ। ਜੋ ਪਿਰੀ ਜੀ ਪ੍ਰਮਾਤਮਾ ਜੀ ਨੇ ਉਹ ਅਗਮ ਅਪਾਰ ਨੇ, ਗਹਿਰ ਗੰਭੀਰ ਨੇ, ਅਥਾਹ ਨੇ। ਮਨ ਕਰਕੇ ਵੀ ਤਿਸ ਤੱਕ ਗਮਤਾ ਨਹੀਂ, ਪਾਰਾਵਾਰ ਤੋਂ ਰਹਿਤ ਹੈ। ਜਿਸ ਪ੍ਰਮਾਤਮਾ ਜੀ ਨੂੰ ਮਿਲਣਾ ਉਹ ਤੇ ਅਥਾਹ ਗੁਣਾ ਦੇ ਸਾਗਰ ਹੈ, ਤੇ ਜਿਸ ਜਗਿਆਸੂ ਨੇ ਮਿਲਣਾ ਉਹ ਔਗਣਾ ਦੀ ਭਰੀ ਹੈ। ਇਸ ਪ੍ਰਕਾਰ ਕਿਵੇਂ ਮਿਲਾਪ ਹੋ ਸਕਦਾ ਹੈ? ਆਪੇ ਮੇਲ ਮਿਲਿਆ ਜੀਓ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਸ ਨੂੰ ਆਪ ਹੀ ਹਰੀ ਅਕਾਲ ਪੁਰਖ ਜੀ ਗੁਰੂ ਰੂਪ ਹੋ ਕਰਕੇ ਆਪਣੇ ਚਰਨਾਂ ਦੇ ਮੇਲ ਦੇ ਨਾਲ ਮੇਲ ਲੈਂਦੇ ਨੇ, ਉਹੀ ਜਗਿਆਸੂ ਰੂਪ ਇਸਤਰੀ ਮਿਲ ਸਕਦੀ ਹੈ। ਸੱਚ ਦਾ ਮਿਲਾਪ ਸੱਚ ਨਾਲ ਹੈ, ਝੂਠ ਦਾ ਮੇਲ ਝੂਠ ਨਾਲ ਹੈ, ਚੋਰ ਦਾ ਮੇਲ ਚੋਰ ਨਾਲ ਹੈ, ਸਾਧੂ ਦਾ ਮੇਲ ਸਾਧੂ ਨਾਲ ਹੈ, ਪਾਪੀ ਦਾ ਮੇਲ ਪਾਪੀ ਨਾਲ ਹੈ, ਕੈਦੀ ਦਾ ਮੇਲ ਕੈਦੀ ਨਾਲ ਹੈ, ਰਾਜਿਆਂ ਦਾ ਮੇਲ ਜੋਲ ਰਾਜਿਆਂ ਦੇ ਨਾਲ ਹੈ। ਇਸੇ ਪ੍ਰਕਾਰ ਔਗਣਿਆਰਿਆਂ ਦਾ ਤੇ ਮੇਲ ਹੀ ਔਗਣਿਆਰਿਆਂ ਦੇ ਨਾਲ ਹੈ, ਤੇ ਗਹਿਰ ਗੰਭੀਰ ਦੇ ਨਾਲ ਕਿਵੇਂ ਮਿਲੇ?
ਹਜ਼ੂਰ ਫਰਮਾਉਂਦੇ ਨੇ ਜਗਿਆਸੂ ਆਪ ਨਹੀਂ ਮਿਲ ਸਕਦਾ, ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੇ ਮੇਲ ਵਿੱਚ ਮਿਲਾਉਂਦੇ ਹਨ ਜੀ। ਆਪੇ ਬਖਸ਼ਣ ਹਾਰਾ ਜੀਵ ਦੇ ਸਮੂਹ ਗੁਨਾਹਾਂ ਨੂੰ, ਪਾਪਾਂ ਨੂੰ, ਔਗਣਾਂ ਨੂੰ ਬਖਸ਼ਣਹਾਰਾ ਪਰਮ ਪਿਤਾ ਪਰਮੇਸ਼ਰ ਸੱਚਾ ਸਾਹਿਬ ਆਪ ਹੀ ਹੈ ਜੀ। ਅਸੰਖ ਖਤੇ ਖਿਨ ਬਖਸ਼ਣਹਾਰਾ, ਅਸੰਖਾਂ ਹੀ ਖਤਿਆਂ ਨੂੰ, ਗੁਨਾਹਾਂ ਨੂੰ ਪਰਮਾਤਮਾ ਜੀ ਖਿਨ ਮਾਤਰ ਸਮੇਂ ਦੇ ਅੰਦਰ ਬਖਸ਼ ਲੈਣ ਵਾਲੇ ਹਨ ਜੀ। ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ। ਜਿਸ ਕਾਮਣ ਜਗਿਆਸੂ ਇਸਤਰੀ ਨੇ ਕੰਤ ਨੂੰ, ਵਾਹਿਗੁਰੂ ਨੂੰ, ਨਿਰੰਕਾਰ ਜੀ ਨੂੰ ਪਿਆਰਾ ਕਰਕੇ ਜਾਣਿਆ ਹੈ ਨਾ, ਹਿਰਦੇ ਦਾ ਪਿਆਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲਾਇਆ ਹੈ ਨਾ, ਉਸ ਦੇ ਸਾਰੇ ਅਵਗਣਾਂ ਨੂੰ ਪਤੀ ਪਰਮੇਸ਼ਰ ਪਿਆਰਾ ਖਿਨ ਮਾਤਰ ਸਮੇਂ ਦੇ ਅੰਦਰ ਬਖਸ਼ ਦਿੰਦਾ ਹੈ। ਐਸਾ ਉਹ ਬਖਸ਼ਣਹਾਰ ਬਖਸ਼ਿੰਦ ਹੈ। ਘਟ ਘਟ ਰਹਾ ਸਮਾਈ। ਮਹਾਰਾਜ ਐਸਾ ਬਖਸ਼ਣਹਾਰ ਪਰਮੇਸ਼ਰ ਕਿੱਥੇ ਵਸਦਾ ਜਿੱਥੇ ਜਾ ਕਰਕੇ ਮਿਲੀਏ। ਤੇ ਪਾਤਸ਼ਾਹ ਜੀ ਫਰਮਾਉਂਦੇ ਨੇ, ਪਿਆਰਿਓ ਐਸਾ ਨਿਰੰਕਾਰ ਹਿਰਦੇ ਦੇ ਅੰਦਰ ਵਸ ਰਿਹਾ ਹੈ। ਹਰ ਇੱਕ ਸਰੀਰ ਦੇ ਅੰਦਰ, ਆਕਾਰ ਦੇ ਅੰਦਰ, ਦਿਲ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੈ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਉਸ ਦਾ ਵਾਟਸਾ ਘਟ ਘਟ ਦੇ ਅੰਦਰ ਹੈ, ਹਿਰਦੇ ਦੇ ਅੰਦਰ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਿਉਂ ਪਰੇਸ਼ਾਨੀ ਦੇ ਵਿੱਚ ਇਸ ਪ੍ਰਕਾਰ ਫਿਰਦਾ ਹੈ? ਹਿਰਦੇ ਦੇ ਅੰਦਰ ਗੁਰ ਸ਼ਬਦ ਦੁਆਰਾ ਖੋਜ ਕਰ, ਸਾਰੀਆਂ ਚਿੰਤਾਵਾਂ ਨੂੰ ਕੱਟ ਦੇਣ ਵਾਲਾ ਦਾਤਾ ਤੇਰੇ ਹਿਰਦੇ ਵਿੱਚ ਬੈਠਾ ਹੈ। ਤੇ ਤੂੰ ਬਾਹਰ ਦੀ ਦੁਨੀਆ ਨੂੰ ਦੇਖ ਕੇ, ਅੰਦਰਲੇ ਨੂੰ ਨਾ ਦੇਖ ਕੇ ਚਿੰਤਾ ਵਿੱਚ ਗਰਸਿਆ ਫਿਰਦੇ ਆ। ਹਜ਼ੂਰ ਫਰਮਾਵਣਾ ਕਰਦੇ ਨੇ, ਘਟ ਘਟ ਰਹਿਆ ਸਮਾਈ। ਐਸਾ ਪ੍ਰੀ ਪਰਮੇਸ਼ਰ ਪਿਆਰਿਓ ਹਿਰਦੇ ਦੇ ਅੰਦਰ ਆਤਮਾ ਹੋ ਕਰਕੇ, ਸਾਖੀ ਚੇਤਨ ਹੋ ਕਰਕੇ, ਹਿਰਦੇ ਦੇ ਅੰਦਰ ਆਤਮਾ ਹੋ ਕਰਕੇ, ਸਾਖੀ ਚੇਤਨ ਹੋ ਕਰਕੇ, ਜੋਤ ਰੂਪ ਹੋ ਕਰਕੇ, ਸਰੀਰਾਂ ਦਾ ਆਸਰਾ ਆਧਾਰ ਸਹਾਰਾ ਹੋ ਕਰਕੇ ਹਰ ਇੱਕ ਦੇ ਹਿਰਦੇ ਦੇ ਅੰਦਰ ਨਿਵਾਸ ਸਥਾਨ ਬਣਾ ਕਰਕੇ ਵਸਨੇ ਵਾਲਾ ਵਸਨਹਾਰ ਹੋ ਰਿਹਾ ਹੈ। ਪ੍ਰੇਮ ਪ੍ਰੀਤ ਭਾਏ ਭਗਤੀ ਪਾਈਆ। ਇਹ ਸੱਚੇ ਸਾਹਿਬ ਜੀ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਨੂੰ ਕਿਵੇਂ ਪ੍ਰਾਪਤ ਕਰ ਲਈਏ ਤੇ ਇਸ ਦੀ ਪ੍ਰੀਤੀ ਸਾਨੂੰ ਕਿਵੇਂ ਮਿਲ ਜਾਏ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਏ ਭਗਤੀ ਪਾਈਐ। ਉਹ ਜਿਹੜਾ ਪਿਆਰਾ ਪ੍ਰੇਮ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਸਭਨਾਂ ਨੂੰ ਪ੍ਰੇਮ ਕਰਨੇ ਵਾਲਾ ਵਾਹਿਗੁਰੂ ਹੈ, ਉਸ ਦੀ ਜਿਹੜੀ ਪ੍ਰੀਤੀ ਹੈ ਉਹ ਪ੍ਰੇਮਾ ਭਗਤੀ ਦੁਆਰਾ ਪਾਈ ਜਾਂਦੀ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੁਆਰਾ ਪ੍ਰੇਮਾ ਭਗਤੀ ਕਰਨਾ ਕਰੀਏ, ਸਤ ਸੰਗਤ ਦੁਆਰਾ ਜਪਣਾ ਕਰੀਏ, ਸਤਨਾਮ ਸ੍ਰੀ ਵਾਹਿਗੁਰੂ। ਤੇ ਇਸ ਪ੍ਰੇਮ ਦੇ ਦਾਤੇ, ਪ੍ਰੇਮ ਦੇ ਸਾਗਰ, ਜੋ ਪ੍ਰੇਮ ਦਾ ਹੀ ਰੂਪ ਹੈ, ਤੇ ਇਸ ਦੀ ਪ੍ਰੀਤੀ ਨੂੰ ਫਿਰ ਸੁਭਾਵਕ ਪਾਈਆ ਪ੍ਰਾਪਤ ਕਰੀਦਾ ਹੈ। ਸਤਿਗੁਰ ਬੂਝ ਬੁਝਾਈ। ਮਹਾਰਾਜ ਸਾਨੂੰ ਤੇ ਪ੍ਰੇਮਾ ਭਗਤੀ ਕਰਨੀ ਨਹੀਂ ਆਉਂਦੀ, ਅਸੀਂ ਪ੍ਰੇਮਾ ਭਗਤੀ ਕਿਵੇਂ ਕਰੀਏ? ਤੇ ਹਜ਼ੂਰ ਫਰਮਾਉਂਦੇ ਨੇ, ਪ੍ਰੇਮਾ ਭਗਤੀ ਕਰਨੇ ਦੀ ਬੂਝ ਪੂਰੇ ਸਤਿਗੁਰੂ ਜੀ ਬੁਝਾ ਦਿੰਦੇ ਨੇ। ਭਾਵ ਪ੍ਰੇਮਾ ਭਗਤੀ ਦੀ ਜੁਗਤ ਪੂਰੇ ਸਤਿਗੁਰੂ ਜੀ ਦੱਸਦੇ ਨੇ। ਪੂਰੇ ਸਤਿਗੁਰਾਂ ਦੇ ਉਪਦੇਸ਼ ਦੇ ਧਾਰਨੀ ਹੋ ਜਾਵੋ ਪਿਆਰਿਓ, ਪ੍ਰੇਮਾ ਭਗਤੀ ਕਰਨੀ ਆ ਜਾਵੇਗੀ। ਸਦਾ ਆਨੰਦ ਰਹਿ ਦਿਨ ਰਾਤੀ। ਮਹਾਰਾਜ ਜਦੋਂ ਸਤਿਗੁਰੂ ਜੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਦੇ ਨੇ, ਕੀ ਫਿਰ ਚਿੰਤਾ ਨਹੀਂ ਲੱਗਦੀ? ਕੀ ਫਿਰ ਝੋਰੇ ਨਹੀਂ ਵਿਆਪਦੇ? ਹਜ਼ੂਰ ਫਰਮਾਉਂਦੇ ਨੇ, ਜਿਸ ਨੂੰ ਪੂਰੇ ਸਤਿਗੁਰੂ ਜੀ ਨੇ ਪ੍ਰੇਮਾ ਭਗਤੀ ਦੀ ਸੂਝ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ ਨਾ, ਉਹ ਰਾਤ ਦਿਨ ਸਦਾ ਆਨੰਦ ਹੀ ਆਨੰਦ ਅਵਸਥਾ ਦੇ ਵਿੱਚ ਰਹਿੰਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ। ਜਦੋਂ ਰਾਤ ਦਿਨ ਆਨੰਦ ਸਰੂਪ ਪ੍ਰਮਾਤਮਾ ਜੀ ਦੇ ਨਾਮ ਨੂੰ ਜਪਦਾ ਹੈ, ਫਿਰ ਸਦਾ ਆਨੰਦ ਰਹਿ। ਹਿਰਦੇ ਦੇ ਅੰਦਰ ਚਿੰਤਾ ਨਹੀਂ, ਸਦਾ ਆਨੰਦ ਹੀ ਆਨੰਦ ਰਹਿੰਦਾ ਹੈ। ਦਿਨ ਰਾਤੀ, ਰਾਤ ਦਿਨ ਆਨੰਦ ਅਵਸਥਾ ਦੇ ਅੰਦਰ ਰਹਿੰਦਾ ਹੈ। ਇਸੇ ਪ੍ਰਕਾਰ ਸਦਾ ਆਨੰਦ ਰਹਿ। ਜਦੋਂ ਸਦਾ ਆਨੰਦ ਦੇ ਦਾਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨਾ ਕਰਦਾ ਹੈ ਨਾ, ਫਿਰ ਦਿਨ ਰਾਤੀ, ਰਾਤ ਤੋਂ ਦਿਨ ਚੜ ਜਾਂਦਾ ਹੈ। ਹਿਰਦੇ ਦੇ ਵਿੱਚ ਜੋ ਕਾਲੀ ਬੋਲੀ ਅਗਿਆਨਤਾ ਦੀ ਰਾਤ ਛਾਈ ਹੋਈ ਹੈ, ਉਸ ਤੋਂ ਸਵੇਰ ਗਿਆਨ ਰੂਪੀ, ਬ੍ਰਹਮ ਗਿਆਨ ਰੂਪੀ ਦਿਨ ਚੜ ਜਾਂਦਾ ਹੈ। ਅਨ ਦਿਨ ਰਹਾ ਲਿਬਲਾਈ। ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਹੜਾ ਗੁਰ ਸ਼ਬਦ ਦੇ ਦੁਆਰਾ ਅਨ ਦਿਨ, ਹਰ ਰੋਜ਼, ਰਾਤ ਦਿਨ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਆਪਣੇ ਮਨ ਦੀ ਲਿਵ ਲਾ ਕਰਕੇ ਰੱਖਦਾ ਹੈ। ਨਾਨਕ ਸਹਜੇ ਹਰ ਵਰ ਪਾਇਆ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਨਾਮ ਦੇ ਅੰਦਰ ਰਾਤ ਦਿਨ ਲਿਵ ਲਾਈ ਹੈ ਨਾ, ਉਹਨਾਂ ਨੇ ਸਹਜੇ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਹਰ ਵਰ ਪਾਇਆ। ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਵਰ ਸਰੂਪ ਦੇ ਅੰਦਰ, ਕੰਤ ਸਰੂਪ ਦੇ ਅੰਦਰ
ਮਾਲਕ ਰੂਪ ਦੇ ਅੰਦਰ, ਖਸਮ ਰੂਪ ਦੇ ਅੰਦਰ ਪ੍ਰਾਪਤ ਕਰ ਲੈਣਾ ਕੀਤਾ ਹੈ। ਨਾਨਕ ਸਹਜੇ ਹਰ ਵਾਰ ਪਾਇਆ। ਮਹਾਰਾਜ ਕਿਹੜੇ ਯਤਨ ਦੇ ਨਾਲ ਮਿਲਿਆ ਜਾ ਸਕਦਾ? ਪੁੱਜ ਜਾਈਏ ਨਿਰੰਕਾਰ ਜੀ ਤੱਕ। ਹਜ਼ੂਰ ਫਰਮਾਉਂਦੇ ਨੇ, ਭਾਈ ਗੁਰ ਸ਼ਬਦੀਏ ਹੋ ਜਾਓ, ਗੁਰੂ ਕੇ ਨਾਮ ਦੇ ਨਾਲ ਪਿਆਰ ਕਰਨੇ ਵਾਲੇ ਹੋ ਜਾਓ। ਜਿਨ੍ਹਾਂ ਨੇ ਪਿਆਰ ਕੀਤਾ ਹੈ ਉਹਨਾਂ ਨੇ ਸਹਜੇ ਹੀ, ਸੁਭਾਵਕ ਹੀ, ਸੁਤੇ ਸਿੱਧ ਹੀ, ਨਿਰਯਤਨ ਹੀ ਵਾਹਿਗੁਰੂ ਜੀ ਨੂੰ ਵਰ ਸਰੂਪ ਦੇ ਅੰਦਰ ਪ੍ਰਾਪਤ ਕੀਤਾ ਹੈ। ਸਾਧਨ ਨੌ ਨਿਧ ਪਾਈ। ਭਾਈ ਸਾਧਨ ਉਸੇ ਹੀ ਜਗਿਆਸੂ ਰੂਪ ਇਸਤਰੀ ਨੇ 9 ਨਿਧੀਆਂ ਦੇ ਖਜ਼ਾਨੇ ਦਾਤੇ ਮਾਲਕ ਨੂੰ ਪਾ ਲਿਆ ਹੈ। ਉਸੇ ਨੇ ਹੀ ਆਸਨ ਬਸਨ ਇਤਿਆਦਿਕ ਜਿਹੜੀਆਂ 9 ਨਿਧਾਂ 18 ਸਿੱਧੀਆਂ ਕਹੀਆਂ ਜਾਂਦੀਆਂ ਨੇ, ਅਣਿਮਾ ਗਣਿਮਾ ਮਹਿਮਾ ਇਤਿਆਦਿਕ, ਇਹ 9 ਨਿਧਾਂ ਤੇ 18 ਸਿੱਧਾਂ ਵੀ ਉਹਨਾਂ ਨੇ ਸਹਜੇ ਹੀ ਸੁਭਾਵਕ ਪ੍ਰਾਪਤ ਕਰ ਲਈਆਂ ਨੇ। ਨਵ ਨਿਧੀ 18 ਹੈ ਸਿੱਧੀ ਪਿਛਾ ਲੱਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। 9 ਨਿਧੀਆਂ 18 ਸਿੱਧੀਆਂ ਤੇ ਸਾਰੀਆਂ ਰਿੱਧੀਆਂ ਤਿੰਨਾਂ ਦੇ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਨੇ। ਕਿੰਨਾਂ ਦੀਆਂ? ਹਰ ਵਾਰ ਪਾਇਆ। ਜਿਨ੍ਹਾਂ ਨੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਵਰ ਸਰੂਪ ਦੇ ਅੰਦਰ, ਪਤੀ ਸਰੂਪ ਦੇ ਅੰਦਰ, ਮਾਲਕ ਰੂਪ ਦੇ ਅੰਦਰ, ਖਸਮ ਦੇ ਰੂਪ ਦੇ ਅੰਦਰ ਪਾ ਲੈਣਾ ਕੀਤਾ ਹੈ। ਜਗਿਆਸੂ ਰੂਪ ਇਸਤਰੀਆਂ ਹੋ ਕਰਕੇ ਅਨੰਤ ਕਾਲ ਤੱਕ ਸਦੀਵ ਕਾਲ ਦੀਆਂ ਸੁਹਾਗਵਤੀਆਂ ਹੋਈਆਂ ਨੇ। ਐਸੀ ਵਾਹਿਗੁਰੂ ਜੀ ਦੀ ਪ੍ਰੀਤ ਦਾ ਫਲ ਉਹਨਾਂ ਨੇ ਪਾਇਆ ਹੈ। ਵਾਹਿਗੁਰੂ ਜੀ ਨੂੰ ਜਪ ਕਰਕੇ ਜਿਨ ਹਰ ਜਪਿਆ ਸੇ ਹਰ ਹੋਏ। ਸੋ ਹਰੀ ਪਰਮਾਤਮਾ ਜੀ ਦਾ ਹੀ ਸਰੂਪ ਹੋ ਗਏ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ ਤਿੰਨਾਂ ਨੇ ਹੋਣਾ ਕੀਤਾ ਹੈ। ਵਾਹਿਗੁਰੂ ਜੀ ਦਾ ਪਾਵਨ ਸਰੂਪ ਹਿਰਦੇ ਰੂਪੀ ਸੇਜਾ ਤੇ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਰੂਪ ਵਿੱਚ ਤਿੰਨਾਂ ਨੇ ਪ੍ਰਾਪਤ ਕਰਨਾ ਕੀਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀਓ, ਜੋ ਜੀਵਨ ਦਾ ਸਭ ਤੋਂ ਵੱਡਾ ਮਨੋਰਥ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ। ਧੀਰਜ ਧਾਰੀ ਸਤਿਗੁਰੂ ਜੀ, ਪਰਉਪਕਾਰੀ ਸਤਿਗੁਰੂ ਜੀ, ਬਖਸ਼ਿੰਦ ਸਤਿਗੁਰੂ ਜੀ ਕਿਰਪਾਲਤਾ ਕਰਕੇ ਸਰਬਤ ਲੋਕਾਈ ਨੂੰ ਸਾਂਝਾ ਉਪਦੇਸ਼ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਤਖਤ ਸਾਹਿਬ ਤੇ ਹਾਜ਼ਰੀ ਭਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਮੁਕੱਦਸ ਚਰਨਾਂ ਵਿਖੇ ਹਾਜ਼ਰੀ ਭਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਸਰਬਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਗੁਰ ਸੰਗਤ ਬਖਸ਼ਣੇ ਯੋਗ ਹੈ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਕਿਰਪਾਲਤਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ। ਗੁਰ ਚਰਨਾਂ ਵਿਖੇ ਅਰਜ਼ੋਈ ਕਰੀਏ ਸਾਹਿਬ ਜੀ ਕਿਰਪਾਲਤਾ ਕਰੋ, ਸਾਡੀ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਦਰੋ ਘਰੋ ਪਿਆਰੀ ਗੁਰਸਿੱਖੀ ਬਖਸ਼ ਕਰਕੇ ਕਿਰਤਾਰਥ ਕਰੋ। ਜੋ ਕਥਨ ਕੀਤਾ ਹੈ, ਸਰਵਣ ਕੀਤਾ ਹੈ, ਸਾਡੇ ਹਿਰਦਿਆਂ ਦੇ ਅੰਦਰ ਵਸਾ ਦੇਵੋ ਜੀ। ਆਪਣੀ ਸਨਮੁਖਤਾ ਸਾਨੂੰ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕਰੋ। ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਵੇ, ਐਸੀ ਕਿਰਪਾਲਤਾ ਕਰੋ ਜੀ। ਦਾਤਾਰ ਜੀ ਸਭਨਾ ਦੀਆਂ ਯਾਤਰਾਵਾਂ ਸਫਲ ਕਰਨੀਆਂ, ਸਭਨਾ ਦੀਆਂ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰੋ ਜੀ। ਪਾਵਨ ਗੁਰ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਦਾ ਆਨੰਦ ਰਹਿ ਦਿਨ ਰਾਤੀ, ਆਨ ਦਿਨ ਰਹਿ ਲਿਵਲਾਈ। ਨਾਨਕ ਸਹਜੇ ਹਰ ਵਰ ਪਾਇਆ, ਸਾਧਨ ਨੌ ਨਿਧ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।